ਸਤਿ ਸ਼੍ਰੀ ਅਕਾਲ, ਨਮਸਕਾਰ ਸਟੂਡੈਂਟ। ਅੱਜ ਕੱਲ ਕਰਾਂਗੇ ਕੈਨੇਡਾ ਨੂੰ ਲੈ ਕੇ ਲਾਈਵ ਸ਼ੋ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਆਫਟਰ ਗ੍ਰੈਜੂਏਸ਼ਨ ਕਨਫਿਊਜ਼ ਰਹਿੰਦੇ ਨੇ ਵੀ ਕਿਵੇਂ ਅਪਲਾਈ ਕਰੀਏ, ਡਿਪਲੋਮਾ ਤੇ ਜਾਈਏ, ਐਡਵਾਂਸ ਡਿਪਲੋਮਾ ਤੇ ਜਾਂ ਪੀਜੀ ਡਿਪਲੋਮਾ ਤੇ ਜਾਂ ਮਾਸਟਰਸ ਤੇ ਜਾਈਏ। ਉਹ ਸਟੂਡੈਂਟ ਇਸ ਲਾਈਵ ਸ਼ੋ ਨੂੰ ਐਂਡ ਤੱਕ ਦੇਖ ਸਕਦੇ ਨੇ। ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੋਏਗਾ, ਕੋਈ ਕੁਐਰੀ ਹੋਏਗੀ, ਕਮੈਂਟ ਸੈਕਸ਼ਨ ਰਾਹੀਂ ਤੁਸੀਂ ਪੁੱਛ ਸਕਦੇ ਹੋ। ਆਫਟਰ ਦਿਸ ਸ਼ੋ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ। ਅਦਰਵਾਈਜ਼ ਤੁਸੀਂ ਨੋਟ ਡਾਊਨ ਵੀ ਕਰ ਸਕਦੇ ਹੋ ਤੇ ਤੁਸੀਂ ਕਾਲ ਰਾਹੀਂ ਵੀ अपने सवाल पूछ सकते हो। मैं अंजना ठाकुर ते मेरे नाल ने मनीष सर भी ते तुसी इस शो नूं एंड तक देखो। सर सब तो पहला तुहाडे नाल ही गल करांगी भी की सजेशंस दोगे इहदे बारे। देखो, जो बच्चे कैनेडा अप्लाई करना चाहते हैं आफ्टर ग्रैजुएशन, ज़्यादातर आप देखते हैं भी उन्होंने डिप्लोमा दे दिता जाता है, ये कह के भी जी ये पीजी डिप्लोमा है या पीजी सर्टिफिकेट कोर्स है भी 2 साल का डिप्लोमा भी बच्चे नूं दे दिता जाता है। तो उही डिप्लोमा जिहड़ा है +2 वाले बच्चों नूं दिता जाता है, तो उही डिप्लोमा जिहड़ा है ग्रैजुएशन वाले बच्चों नूं दे दिता जाता है। तो पहली गल तो ये जरूरी है, तुहानूं डेफिनेशन ये क्लीयर होना तुहानूं जरूरी है भी तुहानूं कोर्स जिहड़ा है वो पोस्ट ग्रैजुएट कोर्स मिल रहा है या अंडर ग्रैजुएट डिप्लोमा मिल रहा है। क्योंकि अगर तुसी आपदे कंसल्टेंट नूं पुछोगे भी ये कोर्स जिहड़ा तुसी मैनूं दे रहे हो ये +2 वाले बच्चे नूं भी मिल सकता है, अगर तो तुहाडा कंसल्टेंट कहंदा भी हाँ जी बिल्कुल मिल सकता जी, +2 वाला बच्चा भी ये कोर्स कर सकता है, ਇਹਦਾ मतलब है भी तुहानूं +2 लेवल का कोर्स दे रहे हैं, तुहानूं पोस्ट ग्रैजुएशन कोर्स ਦਾ नहीं दे रहे। तो जे तुहाडा कंसल्टेंट कहंदा नहीं जी ये तो सिर्फ ग्रैजुएशन वालिਆਂ ਨੂੰ ही मिल सकता, जिन्हां ने ग्रैजुएशन की है वही बच्चे इस कोर्स 'ਚ एडमिशन ले सकते हैं। तो ਇਹਦਾ मतलब ये है तुहानूं पोस्ट ग्रैजुएशन का कोर्स दिता है जो कि ग्रैजुएशन जिहदे विच मस्ट है, रिक्वायरमेंट है। पहली गल ये चीज़ बच्चे नूं समझनी जरूरी हैगी है। ਉਹਦਾ ਕਾਰਨ ਇਹ ਹੈ ਵੀ ਜਦੋਂ ਆਪਾਂ ਅਪਲਾਈ ਕਰਦੇ ਹਾਂ ਕਿਸੇ ਵੀ ਕੰਟਰੀ ਦੇ ਮੈਸੇਜ ਅਪਲਾਈ ਕਰੀਏ ਉਹਦੇ 'ਚ 2 ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਵੀ ਮਾਇਨੇ ਰੱਖਦੀਆਂ। ਪਹਿਲੀ ਗੱਲ ਇਹ ਆ ਜਾਂਦੀ ਹੈ ਵੀ ਕੋਰਸ ਜਿਹੜਾ ਹੈਗਾ ਰੈਲੇਵੈਂਟ ਹੈਗਾ ਕਿ ਨਹੀਂ ਹੈਗਾ, ਵੀ ਪੜ੍ਹਾਈ ਜਿਹੜੀ ਤੁਸੀਂ ਪਹਿਲਾਂ ਦੀ ਪੜ੍ਹਾਈ ਕੀਤੀ ਹੈ ਜਾਂ ਕੋਈ ਵਰਕ ਐਕਸਪੀਰੀਅੰਸ ਕੀਤਾ ਹੈ ਤੇ ਉਹ ਜਿਹੜਾ ਹੈਗਾ ਕਿੰਨਾ ਕੁ ਰੈਲੇਵੈਂਟ ਹੈਗਾ ਤੁਹਾਡੀ ਪ੍ਰਪੋਜ਼ਡ ਐਜੂਕੇਸ਼ਨ ਦੇ ਨਾਲ। ਵੀ ਮੈਂ ਕਹੂੰਗਾ ਵੀ ਅਗਰ ਫॉर ਐਗਜ਼ਾਮਪਲ ਤੁਹਾਡੀ ਪੜ੍ਹਾਈ 'ਚ ਕੋਈ ਗੈਪ ਨਹੀਂ ਹੈਗਾ, ਬਿਲਕੁਲ ਵੀ ਗੈਪ ਨਹੀਂ ਹੈਗਾ, ਫਿਰ ਤੁਸੀਂ ਜੋ ਵੀ ਲਾਸਟ ਪੜ੍ਹਾਈ ਤੁਸੀਂ ਕੀਤੀ ਸੀ ਉਹਦੇ ਰੈਲੇਵੈਂਟ ਕੋਰਸ ਅਪਲਾਈ ਕਰੋ, ਤੁਹਾਡਾ ਵੀਜ਼ਾ ਆਰਾਮ ਨਾਲ ਆ ਜਾਏਗਾ। ਤੇ ਅਗਰ ਤੁਹਾਡੇ ਪੜ੍ਹਾਈ 'ਚ ਗੈਪ ਹੈ, ਫॉर ਐਗਜ਼ਾਮਪਲ ਤੁਸੀਂ BA ਕਰ ਲਈ ਫॉर ਐਗਜ਼ਾਮਪਲ, ਉਸ ਤੋਂ ਬਾਅਦ ਮਾਰਕੀਟਿੰਗ ਦਾ ਜੌਬ ਕਰ ਲਈ ਜੀ ਤੁਸੀਂ 3 ਜਾਂ 4 ਸਾਲ, ਉਸ ਤੋਂ ਬਾਅਦ ਫਿਰ BA ਦਾ ਇੰਨਾ ਕੋਈ ਮੈਟਰ ਨਹੀਂ ਰਹਿੰਦਾ, ਤੁਸੀਂ ਆਪਦੀ ਜਿਹੜਾ ਵਰਕ ਐਕਸਪੀਰੀਅੰਸ ਆ ਉਹਦੇ ਬੇਸ ਤੇ ਤੁਸੀਂ ਰੈਲੇਵੈਂਸੀ ਜਾਂਦੇ ਹੋ, ਜਿਵੇਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਮਾਰਕੀਟਿੰਗ ਤੁਸੀਂ ਲੈ ਲੈਂਦੇ ਹੋ, ਬਿਜ਼ਨਸ ਮਾਰਕੀਟਿੰਗ ਲੈ ਲਿਆ ਜਾਂ ਐਡਵਰਟਾਈਜ਼ਿੰਗ ਲੈ ਲਿਆ, ਤੇ ਇਹ ਕੋਰਸ ਤੁਹਾਡੇ ਲਈ ਰੈਲੇਵੈਂਟ ਬਣਦਾ ਹੈ। ਤੇ ਫਿਰ ਉਹ ਪੜ੍ਹਾਈ ਦੇ ਨਾਲ ਰੈਲੇਵੈਂਸੀ ਦਾ ਮੈਟਰ ਨਹੀਂ ਕਰਦਾ, ਤੇ ਜਿਹੜਾ ਤੁਹਾਡਾ ਵਰਕ ਐਕਸਪੀਰੀਅੰਸ ਆ ਉਹਦੇ ਨਾਲ ਰੈਲੇਵੈਂਸੀ ਦਾ ਜ਼ਿਆਦਾ ਮੈਟਰ ਹੋ ਜਾਂਦਾ ਹੈ ਜੀ। ਤੇ 2 ਚੀਜ਼ਾਂ ਜ਼ਰੂਰੀ ਹੈਗੀਆਂ। ਤੇ ਦੂਸਰੀ ਚੀਜ਼ ਜਿਹੜੀ ਆਪਾਂ ਡਿਸਕਸ ਕਰ ਰਹੇ ਸੀ ਕੋਰਸ ਪ੍ਰੋਗਰੈਸ਼ਨ ਦੀ। ਕੋਰਸ ਪ੍ਰੋਗਰੈਸ਼ਨ ਦਾ ਮਤਲਬ ਹੈ ਵੀ ਅਗਰ ਬੱਚੇ ਨੇ +2 ਕੀਤੀ ਹੈ ਤਾਂ ਡਿਪਲੋਮੇ 'ਚ ਅਪਲਾਈ ਕਰੇਗਾ ਜਾਂ ਬੈਚਲਰ ਡਿਗਰੀ 'ਚ ਅਪਲਾਈ ਕਰੇਗਾ। ਜਿਹਨੇ ਆਲਰੇਡੀ ਇੰਡੀਆ 'ਚ ਡਿਪਲੋਮਾ ਜਿਵੇਂ 3 ਸਾਲ ਦਾ ਡਿਪਲੋਮਾ ਕਰਦੇ ਆ, ਅਗਰ ਤੁਸੀਂ ਉਸ ਤੋਂ ਬਾਅਦ ਤੁਸੀਂ ਬੈਚਲਰ ਡਿਗਰੀ ਅਪਲਾਈ ਕਰਦੇ ਹੋ ਦੀ ਬੈਸਟ ਹੈ, ਸਭ ਤੋਂ ਵਧੀਆ ਤਰੀਕਾ ਅਪਲਾਈ ਕਰਨ ਦਾ। ਤੇ ਉਸ ਤੋਂ ਬਾਅਦ ਅਗਰ ਤੁਸੀਂ ਬੈਚਲਰ ਕੀਤੀ ਹੋਈ ਹੈ ਤਾਂ ਤੁਹਾਡੇ ਕੋਲ 3 ਆਪਸ਼ਨਸ ਹੈ, पोस्ट ग्रेजुएट सर्टिफिकेट कोर्स, पोस्ट ग्रेजुएशन डिप्लोमा या मास्टर डिग्री, डिपेंडिंग ऑन योर परसेंटेज, डिपेंडिंग ऑन योर IELTS स्कोर तुसी उस तरीके नाल PG सर्टिफिकेट मिलेगा या PG डिप्लोमा मिलेगा या तुहानूं मास्टर डिग्री मिल सकती है। बट अगर वही ग्रेजुएशन वाला बच्चा बेशक एक्सपीरियंस है या नहीं हैगा, कोर्स रेलेवेंसी भी चलो मिल गई कोई दिक्कत नहीं, बट कोर्स प्रोग्रेशन च नहीं जा रहा भी ग्रेजुएशन तो बाद अगर बच्चा डिप्लोमे च जा रहा है जो कि नहीं चीज़ एक्सेप्टेबल हैगी, तो ਉਹਦੇ ਵਿੱਚ सक्सैस रेट बच्चे का किते ना किते डाउन हो जाता है। ये उसी सिचुएशन च करना बनता है भी जिथे कोई भी चॉइस नहीं हैगी, फिर तो तुसीं कर दिओ भी चलो मन लिया भी तुहाडे कंसल्टेंट ने भी या तुसीं मजबूरी च ले लिया किसी रोड भी कोर्स भी ठीक है, डिप्लोमे का कोर्स ले लिया बैचलर तो बाद। बट ਇਹਦੇ ਵਿੱਚ सक्सैस रेट ਜਿਹੜਾ ਹੈਗਾ 10 ਵਿੱਚੋਂ 1 ਜਾਂ 2 ਵੀਜ਼ੇ ਆਉਂਦੇ ਨੇ, ਇਸ ਤੋਂ ਵੱਧ ਨਹੀਂ ਆਉਂਦੇ। ਤੇ ਇਹਦਾ ਕਾਰਨ ਵੀ ਇਹੀ ਹੈ ਵੀ ਸ਼ਾਰਟਕਟ ਮਾਰਨਾ। ਜ਼ਿਆਦਾਤਰ ਬੱਚਿਆਂ ਨੂੰ ਜਿਹੜੇ ਵੀ ਬੱਚੇ ਅਪਲਾਈ ਕਰਦੇ ਆ ਪੋਸਟ ਗ੍ਰੈਜੂਏਸ਼ਨ ਦੇ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੌਂਟਰੀਅਲ ਦੀ ਆਪਸ਼ਨ ਦਿੱਤੀ ਜਾਂਦੀ ਹੈ। ਮੌਂਟਰੀਅਲ ਦੇ ਵਿੱਚ ਲਾਈਕ ਉਹਨਾਂ ਨੂੰ ਡਿਪਲੋਮੇ ਜਿਹੜੇ ਹੈਗੇ ਨੇ +2 ਲੈਵਲ ਦੇ ਡਿਪਲੋਮੇ ਜਿਹੜੇ ਦੇ ਦਿੱਤੇ ਜਾਂਦੇ ਨੇ, ਤੇ ਆਰਾਮ ਨਾਲ ਐਡਮਿਸ਼ਨ ਆ ਜਾਂਦੀ ਹੈ। ਕਾਲਜਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਗਾ ਐਡਮਿਸ਼ਨ ਦਾ, ਜੀ ਸਾਨੂੰ ਕੀ ਫਰਕ ਪੈਂਦਾ, ਤੁਸੀਂ ਜਿਹੜੇ ਮਰਜ਼ੀ ਕੋਰਸ ਐਡਮਿਸ਼ਨ ਤੋਂ ਤੁਹਾਡੀ ਮਰਜ਼ੀ ਹੈ, ਉਹਨਾਂ ਦਾ ਆਪਦੇ ਪੈਸੇ ਦੇਣੇ ਹੈ ਤੇ ਆਪਣਾ ਤੁਹਾਨੂੰ LOA ਲੈਟਰ ਦੇਣੀ ਹੈ। ਇਸ ਕਰਕੇ ਕੰਸਲਟੈਂਟ ਅਗਰ ਧਿਆਨ ਨਾਲ ਫਾਈਲ ਲਗਾਏ, ਕਿਉਂਕਿ ਅਗਰ ਤੁਹਾਡੇ ਤੁਸੀਂ PG ਕੋਰਸ ਜਾਂ PG ਸਰਟੀਫਿਕੇਟ ਡਿਪਲੋਮਾ ਕੁਝ ਵੀ ਕਰਨਾ ਚਾਹੁੰਦੇ ਹੋ ਤੇ ਉਹਦੇ 'ਚ ਐਡਮਿਸ਼ਨ 'ਚ ਥੋੜਾ ਟਾਈਮ ਲੱਗਦਾ, ਥੋੜਾ ਮਿਹਨਤ ਵੀ ਕਰਨੀ ਪੈਂਦੀ ਹੈ। ਕੰਸਲਟੈਂਟ ਨੇ ਵੀ ਦਿਮਾਗ 'ਚ ਜਾਣਾ ਪੈਂਦਾ ਵੀ ਕਿਹੜੀ ਕਾਲਜ ਕਿਹੜੀ
ਯੂਨੀਵਰਸਿਟੀ ਤੁਹਾਡੀ ਐਡਮਿਸ਼ਨ ਨਿਕਲੇਗੀ ਤੇ ਜ਼ਿਆਦਾਤਰ ਕੰਸਲਟੈਂਟ ਉਹ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ। ਉਹਨਾਂ ਦਾ ਉਹੀ ਹੁੰਦਾ ਵੀ 2 ਦਿਨ ਐਡਮਿਸ਼ਨ ਦੇ ਦਿਓ ਪਰ ਬੱਚਾ ਭੱਜ ਨਾ ਜਾ ਕਿਸੇ ਲੋੜ, ਤੇ ਉਹ ਵਾਲੀ ਗੱਲਾਂ ਰਹਿ ਜਾਂਦੀ ਹੈ। ਇਸ ਕਰਕੇ ਇਹ ਕੋਰਸ ਪ੍ਰੋਗਰੈਸ਼ਨ, ਕੋਰਸ ਰੈਲੇਵੈਂਸੀ, ਇਹ ਜਿਹੜੀ ਹੈਗੀਆਂ 2 ਚੀਜ਼ਾਂ ਬਹੁਤ ਇੰਪੋਰਟੈਂਟ ਹੈ, ਖਾਸ ਕਰ ਅਗਰ ਤੁਸੀਂ ਪੋਸਟ ਗ੍ਰੈਜੂਏਸ਼ਨ ਦੇ ਵਾਸਤੇ ਕੋਰਸ ਅਪਲਾਈ ਕਰਨਾ ਚਾਹੁੰਦੇ ਜੀ ਸਰ। ਜਿਵੇਂ ਤੁਸੀਂ ਕੋਰਸਿਸ ਦੀ ਗੱਲ ਕੀਤੀ ਹੈ, ਇਸੇ ਚੀਜ਼ ਨੂੰ ਆਪਾਂ ਕੰਟੀਨਿਊਟੀ ਦੇ ਵਿੱਚ ਰੱਖਾਂਗੇ। ਕੋਰਸਿਸ ਦੇ ਵਿੱਚ ਚੋਣ ਕਿਵੇਂ ਕਰਨੀ ਹੈ ਸਟੂਡੈਂਟ? ਜੇ ਆਪਾਂ ਗੱਲ ਕਰੀਏ ਇੰਜੀਨੀਅਰਿੰਗ ਵਾਲੇ ਬੱਚਿਆਂ ਦੀ, ਮਕੈਨੀਕਲ ਹੋ ਗਿਆ, ਇਲੈਕਟ੍ਰੋਨਿਕਸ ਹੋ ਗਿਆ, ਜਾਂ ਫਿਰ ਫਾਰਮੇਸੀ ਹੋ ਗਿਆ, ਨਰਸਿੰਗ ਵਾਲੇ ਸਟੂਡੈਂਟਸ ਹੋ ਗਏ, ਨਾਲ ਆਪਣੇ ਬਿਜ਼ਨਸ ਮੈਨੇਜਮੈਂਟ, ਹਸਪਿਟੈਲਿਟੀ ਵਾਲੇ ਸਟੂਡੈਂਟ ਹੋ ਗਏ ਹੈ, ਇਹਦੇ ਨਾਲ ਹੀ ਬਾਇਓਲੋਜੀਕਲ ਸਾਇੰਸਿਸ ਹੋ ਗਿਆ, ਹੈਲਥ ਸਾਇੰਸਿਸ ਹੋ ਗਿਆ। ਸਟੂਡੈਂਟ ਹਰ ਫੀਲਡ ਵਾਲੇ ਬੱਚੇ ਆਪਣੀ ਰੈਲੇਵੈਂਸੀ ਦਾ ਧਿਆਨ ਰੱਖਦੇ ਹੋਏ ਤੁਸੀਂ ਅਪਲਾਈ ਕਰਵਾ ਸਕਦੇ ਹੋ। ਜਿਵੇਂ ਕਿ ਇੰਜੀਨੀਅਰਿੰਗ ਵਾਲੇ ਸਟੂਡੈਂਟ ਹੈਗੇ ਨੇ, ਉਸੇ ਕੰਟੀਨਿਊਟੀ ਦੇ ਵਿੱਚ ਅੱਗੇ ਆਪਣਾ ਨੈਨੋ ਟੈਕਨੋਲੋਜੀ ਹੋ ਗਿਆ, ਉੱਦਾਂ ਦੇ ਕੋਰਸਿਸ ਨੂੰ ਟਾਰਗੇਟ ਕਰ ਸਕਦੇ ਨੇ। ਇੰਜੀਨੀਅਰਿੰਗ ਦੇ ਵਿੱਚ ਨਾ ਬਹੁਤ ਵਧੀਆ ਕੋਰਸਿਸ ਮਿਲ ਜਾਂਦੇ ਨੇ, ਜਿਵੇਂ ਮਾਸਟਰ ਆਫ ਇੰਜੀਨੀਅਰਿੰਗ ਆ ਗਿਆ, ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਆਫ ਇੰਜੀਨੀਅਰਿੰਗ, ਜਾਂ ਫਿਰ ਜਿਵੇਂ ਸਪੋਜ਼ ਕਰੋ ਤੁਸੀਂ ਮਕੈਨੀਕਲ ਦੇ ਵਿੱਚ ਕੀਤਾ, ਇਹਦੇ ਵਿੱਚ ਪ੍ਰੋਡਕਸ਼ਨ ਇੰਜੀਨੀਅਰਿੰਗ ਆ ਜਾਂਦੀ ਹੈ, ਮਕੈਨੀਕਲ ਇੰਜੀਨੀਅਰਿੰਗ ਆ ਜਾਂਦੀ ਹੈ, ਕੁਆਲਿਟੀ ਕੰਟਰੋਲ ਇੰਜੀਨੀਅਰਿੰਗ ਆ ਜਾਂਦੀ। ਫਿਰ ਇੱਕ ਕੋਰਸ ਹੋਰ ਮਿਲਦਾ ਇਹਦੇ ਵਿੱਚ ਬਹੁਤ ਵਧੀਆ, ਮਾਸਟਰ ਆਫ ਇੰਜੀਨੀਅਰਿੰਗ ਮੈਨੇਜਮੈਂਟ ਦਾ, ਇਹਦਾ ਪੋਸਟ ਗ੍ਰੈਜੂਏਸ਼ਨ ਕੋਰਸ ਡਿਪਲੋਮਾ ਵੀ ਮਿਲ ਜਾਂਦਾ ਇਹਦੇ ਵਿੱਚ 2 ਸਾਲਾਂ ਦਾ। ਇੰਜੀਨੀਅਰਿੰਗ ਮੈਨੇਜਮੈਂਟ ਦੇ ਵਿੱਚ ਕੀ ਆ ਜਾਂਦੇ, ਇੰਜੀਨੀਅਰਿੰਗ ਦੇ ਸਬਜੈਕਟ ਅੱਧੇ ਆ ਜਾਂਦੇ, ਅੱਧੇ ਮੈਨੇਜਮੈਂਟ ਦੇ ਆ ਜਾਂਦੇ, ਤੇ ਬਹੁਤ ਵਧੀਆ ਸਟੇਟਮੈਂਟ ਆਫ ਪਰਪਸ ਬਣਦਾ ਹੈ ਤੇ ਬਹੁਤ ਵਧੀਆ ਸਕਸੈਸ ਰੇਟ ਇਹਦੇ ਵਿੱਚ ਆਉਂਦਾ ਹੈ। ਤੇ ਇਸ ਕਰਕੇ ਵੀ ਰੈਲੇਵੈਂਸੀ, ਜਿਵੇਂ ਆਪਾਂ ਇੰਜੀਨੀਅਰਿੰਗ ਤੋਂ ਲੈ ਕੇ ਕਰੀਏ, ਜਾਂ ਜਿਵੇਂ ਹੁਣ ਬੱਚੇ ਆਉਂਦੇ ਨੇ ਸਾਡੇ ਕੋਲ BA ਕਰ ਰੱਖੀ ਹੈ, B.Ed ਕਰ ਰੱਖੀ ਹੈ, ਅੱਗੇ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਜ਼ਿਆਦਾਤਰ ਕੰਸਲਟੈਂਟ ਕੀ ਕਹਿਣਗੇ ਵੀ ਤੁਸੀਂ ਜੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਕੋਰਸ ਲੈ ਲਓ, ਜਦ ਕਿ ਇੱਕ ਅਰਲੀ ਚਾਈਲਡਹੁੱਡ ਐਜੂਕੇਸ਼ਨ ਇੱਕ ਛੋਟੇ ਬੱਚਿਆਂ ਨੂੰ ਸੰਭਾਲਣ ਦਾ ਕੰਮ ਹੈ, ਤੇ B.Ed ਬੱਚੇ ਨੇ ਕੀਤੀ ਹੈ ਉਹ ਵੱਡੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਹੁੰਦੇ ਆ। ਤੇ ਉਹਦੇ ਨਾਲ ਅਗਰ ਪੋਸਟ ਗ੍ਰੈਜੂਏਸ਼ਨ ਕੋਰਸ ਵੀ ਆਪਾਂ ਡਿਪਲੋਮਾ ਇਨ ਐਜੂਕੇਸ਼ਨ ਮੈਨੇਜਮੈਂਟ ਲੈ ਲਈਏ, ਜਾਂ ਐਜੂਕੇਸ਼ਨ ਲੈ ਲਈਏ, ਤੇ ਜਾਂ M.Ed ਦਾ ਕੋਰਸ ਲੈ ਲਈਏ, ਉਹ ਜ਼ਿਆਦਾ ਰੈਲੇਵੈਂਟ ਵੀ ਬਣਦਾ ਹੈ ਤੇ ਜ਼ਿਆਦਾ ਪ੍ਰੋਗਰੈਸ਼ਨ ਚਾਹੁੰਦਾ। ਹੁਣ ਜਦੋਂ ਆਪਾਂ ਕਹਿੰਦੇ ਆ ਵੀ ਕੋਰਸ ਅਸੀਂ ਰੈਲੇਵੈਂਟ ਦਿੱਤਾ ਸੀ, ਚਲੋ ਠੀਕ ਹੈ, ਇੱਥੇ ਤੱਕ ਹੀ ਜ਼ਿਆਦਾਤਰ ਸਟ੍ਰੈਸ ਕੀਤਾ ਜਾਂਦਾ ਕੰਸਲਟੈਂਟ ਵੱਲੋਂ ਵੀ ਤੇ ਸਟੂਡੈਂਟ ਵੀ ਵੱਲੋਂ, ਮੈਨੂੰ ਕੋਰਸ ਰੈਲੇਵੈਂਟ ਦਿਓ ਜੀ, ਨਹੀਂ ਤਾਂ ਮੇਰਾ ਵੀਜ਼ਾ ਨਹੀਂ ਆਉਣਾ ਹੈਗਾ। ਲੇਕਿਨ ਇਹ ਨਹੀਂ ਉਹਦੇ ਵਿੱਚ ਲਾਈਕ ਬੱਚਾ ਦੇਖਦਾ ਵੀ ਕੋਰਸ ਜਿਹੜਾ ਹੈਗਾ ਮੇਰਾ ਅੱਗੇ ਜਾ ਰਿਹਾ ਜਾਂ ਪਿੱਛੇ ਆ ਰਿਹਾ। ਵੀ ਕੋਰਸ ਸਪੋਜ਼ ਕਰੋ ਵੀ ਤੁਸੀਂ B.Com ਕਰਦੀ ਫॉर ਐਗਜ਼ਾਮਪਲ, ਤੇ ਤੁਹਾਨੂੰ B.Com ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਾਮਰਸ ਦਾ ਜਾਂ ਅਕਾਊਂਟਿੰਗ ਦਾ ਜਾਂ MBA ਵਗੈਰਾ ਤੁਹਾਡੀ ਬਣਦੀ ਹੈ। ਅਗਰ ਤੁਹਾਨੂੰ ਕੋਰਸ ਕੰਸਲਟੈਂਟ ਦੇ ਰਿਹਾ ਵੀ ਡਿਪਲੋਮਾ ਇਨ ਬਿਜ਼ਨਸ ਦਾ ਦੇਤਾ, ਤੁਸੀਂ ਕਹੋ ਜੀ ਰੈਲੇਵੈਂਟ ਤਾਂ ਹੈਗੀ ਹੈ, ਕਾਮਰਸ ਨਾਲ B.Com ਦੇ ਨਾਲ ਰੈਲੇਵੈਂਸ ਹੈਗੀ ਹੈ, ਤਾਂ ਫਿਰ ਮੇਰਾ ਵੀਜ਼ਾ ਕਿਉਂ ਰਿਫਿਊਜ਼ ਹੋ ਰਿਹਾ? ਵੀ ਕੋਰਸ ਤਾਂ ਰੈਲੇਵੈਂਟ ਹੋ ਗਿਆ, ਕੋਰਸ ਪ੍ਰੋਗਰੈਸ਼ਨ 'ਚ ਤਾਂ ਗਿਆ ਨਹੀਂ ਨਾ, ਅੱਗੇ ਨਹੀਂ ਨਾ ਵਧ ਰਿਹਾ, ਉਹ ਹੋਰ ਪਿੱਛੇ ਆ ਰਿਹਾ। ਵੀ ਆਪਾਂ ਆਪਦੇ ਘਰ ਬਜ਼ੁਰਗਾਂ ਨੂੰ ਵੀ ਅਗਰ ਘਰੇ ਪੁੱਛ ਲਾਂਗੇ ਵੀ ਜੀ ਗ੍ਰੈਜੂਏਸ਼ਨ ਕੀਤੀ ਅੱਗੇ ਕੀ ਕਰਾਂਗੇ, ਉਹ ਉਹੀ ਦੱਸ ਦੇਣਗੇ ਪੁੱਤ ਮਾਸਟਰ ਕਰੇਗਾ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰੇਗਾ, ਕਿਸੇ ਨੇ ਇਹ ਨਹੀਂ ਕਹਿਣਾ ਵੀ ਡਿਪਲੋਮਾ ਕਰੇਗਾ ਕੱਲਾ ਤੂੰ। ਤੇ ਇਹ ਤਾਂ ਬਜ਼ੁਰਗਾਂ ਨੂੰ ਪਤਾ, ਆਪਣੇ ਘਰ ਦੇ ਜਿਹੜੇ ਜਿਨ੍ਹਾਂ ਨੂੰ ਕੁਝ ਨਹੀਂ ਨੌਲੇਜ, ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਵੀ ਗ੍ਰੈਜੂਏਸ਼ਨ ਤੋਂ ਬਾਅਦ ਅੱਗੇ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਕੀਤਾ ਜਾਂਦਾ, ਅੰਡਰ ਗ੍ਰੈਜੂਏਟ ਨਹੀਂ ਕੀਤਾ ਜਾਂਦਾ। ਫਿਰ ਜਦ ਬਜ਼ੁਰਗਾਂ ਨੂੰ ਘਰ ਦੇ ਆਪਣੇ ਬਜ਼ੁਰਗਾਂ ਨੂੰ ਪਤਾ, ਜਿਨ੍ਹਾਂ ਨੂੰ ਜ਼ਿਆਦਾ ਨਹੀਂ ਵੀ ਪੜ੍ਹੇ ਲਿਖੇ, ਉਹਨਾਂ ਨੂੰ ਵੀ ਪਤਾ ਇਹ ਗੱਲਾਂ ਦਾ, ਫਿਰ ਕੰਸਲਟੈਂਟ ਦੇ ਕੋਲ ਤਾਂ ਆਪਾਂ ਜਾਂਦੇ ਨੇ ਐਕਸਪਰਟ ਐਡਵਾਈਸ ਵਾਸਤੇ, ਵੀ ਸਾਨੂੰ ਐਕਸਪਰਟ ਐਡਵਾਈਸ ਦਿਓ ਵੀ ਸਾਡਾ ਵੀਜ਼ਾ ਕਿਸ ਤਰੀਕੇ ਨਾਲ ਦਿੱਤੇ। ਫਿਰ ਕੰਸਲਟੈਂਟ ਕਿਵੇਂ ਸ਼ਾਰਟਕਟ ਮਾਰਦੇ, ਵੀ ਮੇਨ ਗੱਲ ਇਹ ਹੈ। ਬਿਲਕੁਲ ਜਿਵੇਂ ਸਰ ਨੇ ਕੀਤੀ ਹੈ ਗੱਲ ਸ਼ਾਰਟਕਟਸ ਦੀ, ਸਟੂਡੈਂਟ ਸ਼ਾਰਟਕਟ ਨਹੀਂ ਮਾਰਨੇ। ਅਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਵੀ ਗੱਲ ਕਰਾਂਗੇ, ਕੋਰਸਿਸ ਦੀ ਆਪਾਂ ਗੱਲ ਕੀਤੀ ਹੈ ਤੇ ਰੈਲੇਵੈਂਸੀ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰਾਂਗੇ, ਫਿਰ ਤੁਹਾਡੇ ਅਕੋਰਡਿੰਗ ਵੀ ਤੁਸੀਂ ਕਿਹੜੇ ਕਾਲਜ ਤੇ ਐਲੀਜੀਬਲ ਹੋ ਤੇ ਤੁਸੀਂ ਮਤਲਬ ਉਹਦੇ ਨਾਲ ਕੰਟੀਨਿਊ ਕਰ ਸਕਦੇ ਹੋ। ਐਲੀਜੀਬਿਲਿਟੀ ਕ੍ਰਾਈਟੇਰੀਆ ਸਰ, ਜਦੋਂ PG ਦੀ ਆਪਾਂ ਗੱਲ ਕਰਦੇ ਹਾਂ, ਮੈਂ ਡਿਪਲੋਮਾਸ ਦੀ ਗੱਲ ਕਰ ਰਹੀ ਹਾਂ, 6.5 ਨਾਟ ਲੈਸ ਦੈਨ 6 ਨਾਲ ਬੱਚੇ ਅਪਲਾਈ ਕਰ ਸਕਦੇ। ਜੇ ਤੁਹਾਡੀ ਕ੍ਰੀਮ ਪ੍ਰੋਫਾਈਲ ਹੈਗੀ ਹੈ 60% ਓਵਰਆਲ ਹੈ ਅਕੈਡਮਿਕਸ, 3 ਤੋਂ 4 ਸਾਲਾਂ ਦੀ ਡਿਗਰੀ ਮਸਟ ਹੈ ਜੀ, ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਆਫਟਰ ਬੈਚਲਰਸ ਤੁਸੀਂ ਇਹਨੂੰ ਇਸ ਪ੍ਰੋਗਰਾਮ ਤੇ ਕੰਟੀਨਿਊ ਕਰ ਸਕਦੇ ਹੋ। ਇੰਗਲਿਸ਼ ਪ੍ਰੋਫੈਂਸ਼ੀਸੀ ਦੀ ਗੱਲ ਕਰੀਏ ਤਾਂ 6.5 ਨਾਟ ਲੈਸ ਦੈਨ 6 ਹੋ ਗਿਆ। ਬਹੁਤ ਸਾਰੇ ਸਟੂਡੈਂਟ ਐਵੇਂ ਵੀ ਹੈ ਵੀ ਸਟੂਡੈਂਟ ਜਿਨ੍ਹਾਂ ਦੇ ਓਵਰਆਲ 6 ਹੈ, 5.5 ਇੱਕ ਮੋਡਿਊਲ 'ਚ ਹੈ, ਜਾਂ ਓਵਰਆਲ 6.5 ਹੈ ਔਰ ਇੱਕ ਮੋਡਿਊਲ 'ਚ 5.5 ਹੈ। ਉਹ ਸਟੂਡੈਂਟਸ ਵੀ ਟਾਰਗੇਟ ਕਰਨਾ ਚਾਹੁੰਦੇ ਨੇ PG ਡਿਪਲੋਮਾਸ ਤੇ, ਉਹਨਾਂ ਲਈ ਵੀ ਇੱਥੇ ਆਪਸ਼ਨਸ ਹੈਗੀ ਹੈ, ਕਾਲਜਸ ਦੀ ਅਵੇਲੇਬਿਲਿਟੀ ਹੈ। ਫਸਟ ਆਫ ਆਲ ਮੈਂ ਗੱਲ ਕਰਾਂਗੀ ਉਹਨਾਂ ਕਾਲਜਸ ਦੇ ਬਾਰੇ ਜਿਨ੍ਹਾਂ ਦੇ 6.5 ਨਾਟ ਲੈਸ ਦੈਨ 6 ਨਾਲ ਤੁਸੀਂ ਕੰਟੀਨਿਊ ਕਰ ਸਕਦੇ ਹੋ। ਸਭ ਤੋਂ ਪਹਿਲਾਂ ਧਰਮ ਕਾਲਜ ਹੈਗਾ ਹੈ, ਉਸ ਤੋਂ ਬਾਅਦ ਸੈਂਟੇਨੀਅਲ ਕਾਲਜ ਹੈ, ਐਲਗੋਨਕਨ ਕਾਲਜ ਹੈ, ਤੁਸੀਂ ਇੱਦਾਂ ਦੇ ਕਾਲਜਸ ਨੂੰ ਟਾਰਗੇਟ ਕਰ ਸਕਦੇ ਹੋ। ਸ਼ੈਰਿਡਨ ਕਾਲਜ ਹੈ, ਹੰਬਰ ਕਾਲਜ ਹੈ। ਇਹ ਕਾਲਜਸ ਤੁਹਾਨੂੰ ਤੁਹਾਡੇ ਅਕੈਡਮਿਕਸ ਔਰ ਤੁਹਾਡੇ IELTS ਬੇਸਿਸ ਤੇ ਤੁਹਾਨੂੰ ਐਡਮਿਸ਼ਨ ਦਿੰਦੇ ਨੇ 6.5 ਨਾਟ ਲੈਸ ਦੈਨ 6 ਨਾਲ ਤੇ 60% ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਰੱਖਣਾ। ਬਿਜ਼ਨਸ ਵਾਲੇ ਸਟੂਡੈਂਟ ਸਰ, ਡੈਫੀਨੇਟਲੀ ਜਿਹੜੇ ਬਿਜ਼ਨਸ ਵਾਲੇ ਸਟੂਡੈਂਟ ਹੁੰਦੇ ਨੇ ਉਹਨਾਂ ਦਾ ਕੁਝ ਪ੍ਰੋਫਾਈਲ ਤੇ ਜਿਹੜਾ ਵਰਕ ਐਕਸਪੀਰੀਅੰਸ ਹੁੰਦਾ
ਹੁੰਦਾ ਉਹਦੀ ਰਿਕੁਆਇਰਮੈਂਟ ਹੁੰਦੀ ਹੈ। ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਗੈਪ ਦੇ ਵਿੱਚ ਕੰਮ ਕੀਤਾ ਹੈ ਤਾਂ ਡੈਫੀਨਿਟਲੀ ਤੁਹਾਨੂੰ ਜਿਹੜਾ ਵਰਕ ਐਕਸਪੀਰੀਅੰਸ ਉਹ ਨਾਲ ਲਵਾਉਣਾ ਚਾਹੀਦਾ ਹੈ, ਉਹਦੇ ਨਾਲ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਹੋਰ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ। ਦੇਖੋ ਕਈ ਜਿਹੜੇ ਪੋਸਟ ਗ੍ਰੈਜੂਏਸ਼ਨ ਕੋਰਸਿਸ ਹੈਗੇ ਨੇ, ਖਾਸ ਕਰ ਪੀਜੀ ਡਿਪਲੋਮਾ ਜਾਂ ਮਾਸਟਰਸ ਕੋਰਸ, ਕਈਆਂ ਦੇ ਵਿੱਚ ਤਾਂ ਪ੍ਰੀ ਰੈਕੁਇਜ਼ਿਟ ਰਿਕੁਆਇਰਮੈਂਟ ਹੁੰਦੀ ਹੈ ਵੀ ਪੜ੍ਹਾਈ ਤੋਂ ਬਾਅਦ ਤੁਹਾਡਾ 2 ਜਾਂ 3 ਸਾਲ ਦਾ ਜਾਂ 1 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ, ਸਪੈਸ਼ਲੀ ਬਿਜ਼ਨਸ ਕੋਰਸਸ ਦੇ ਵਿੱਚ। ਐਗਜ਼ੈਕਟਲੀ। ਤੇ ਇਹਦੇ ਵਿੱਚ ਇਹ ਆ ਜਾਂਦਾ ਵੀ ਜਦ ਤੁਹਾਡਾ ਗੈਪ ਹੈਗਾ ਤਾਂ ਉਹਦੇ ਵਿੱਚ ਤੁਸੀਂ ਵਰਕ ਐਕਸਪੀਰੀਅੰਸ ਦਿਖਾ ਕੇ ਅਪਲਾਈ ਕਰੋ ਤੇ ਬਲਕਿ ਹੋਰ ਬੈਟਰ ਮੰਨਿਆ ਜਾਂਦਾ ਹੈ ਵੀ ਤੁਹਾਡੀ ਅਕੈਡਮਿਕ ਕ੍ਰਾਈਟੇਰੀਆ ਵੀ ਪੂਰਾ ਹੋ ਰਿਹਾ ਤੇ ਤੁਹਾਡਾ ਵਰਕ ਜਿਹੜਾ ਕ੍ਰਾਈਟੇਰੀਆ ਉਹ ਵੀ ਪੂਰਾ ਹੋ ਰਿਹਾ। ਬਾਕੀ ਆਪਾਂ 6.5 ਬੈਂਡ ਦੀ ਗੱਲ ਕਰ ਰਹੇ ਸੀ, ਜਿਵੇਂ ਮੈਡਮ ਵੀ 6.5 ਬੈਂਡ ਓਵਰਆਲ ਤੇ 6 ਤੋਂ ਘੱਟ ਨਹੀਂ। ਆਪਾਂ ਆਈਟਸ ਦੀ ਗੱਲ ਕਰ ਰਹੇ ਹਾਂ, ਆਪਾਂ ਪੀਟੀ ਦੀ ਗੱਲ ਨਹੀਂ ਕਰ ਰਹੇ ਫਿਲਹਾਲ। ਤੇ ਇਹਦੇ ਵਿੱਚ ਇਹ ਹੈ ਵੀ ਅਗਰ ਤੁਹਾਡੀ ਇਹ ਪ੍ਰੋਫਾਈਲ ਹੈਗੀ ਹੈ ਤੇ ਤੁਸੀਂ ਅਗਰ ਪੋਸਟ ਗ੍ਰੈਜੂਏਸ਼ਨ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਵੀ ਤੁਹਾਨੂੰ ਮਿਲ ਜਾਏਗਾ, ਉਹ ਤਾਂ ਮਿਲ ਹੀ ਜਾਏਗਾ ਆਰਾਮ ਨਾਲ, ਬਲਕਿ ਤੁਹਾਨੂੰ ਜ਼ਿਆਦਾਤਰ ਯੂਨੀਵਰਸਿਟੀਆਂ ਤੁਹਾਨੂੰ ਮਾਸਟਰ ਡਿਗਰੀ ਵੀ ਦੇ ਦੇਣਗੀਆਂ ਇਸ ਪ੍ਰੋਫਾਈਲ ਤੇ। ਤੇ ਅਗਰ ਤੁਹਾਡੇ 6.5 ਬੈਂਡ ਹੈ, 6 ਤੋਂ ਘੱਟ ਨਹੀਂ, 60% ਤੁਹਾਡੇ ਨੰਬਰ ਨੇ, ਤੇ ਮੈਂ ਰਿਕਮੈਂਡ ਕਰੂੰਗਾ ਵੀ ਅਗਰ ਤੁਸੀਂ ਕਹਿੰਦੇ ਹੋ ਨਾ ਵੀ ਸ਼ਾਰਟ ਵੀਜ਼ਾ ਲੱਗ ਜੇ ਤੇ ਆਪਾਂ ਵੀ ਕਈ ਵਾਰੀ ਕੇਸ ਪ੍ਰੋਫਾਈਲ ਥੋੜੀ ਜੀ ਹੋਰ ਵੀ ਕੰਪਲਿਕੇਟਡ ਹੁੰਦੇ, ਗ੍ਰੈਜੂਏਸ਼ਨ ਕਰ ਲਈ ਉਸ ਤੋਂ ਬਾਅਦ ਗੈਪ ਹੈ, ਵਰਕ ਐਕਸਪੀਰੀਅੰਸ ਉਸ ਤੋਂ ਬਾਅਦ ਕਈ ਵਾਰੀ ਮਾਸਟਰਸ ਵੀ ਕਰ ਰੱਖੀ ਹੁੰਦੀ ਹੈ ਬੱਚੇ ਨੇ, ਡਬਲ ਮਾਸਟਰ ਵੀ ਕਰ ਰੱਖੀ ਹੁੰਦੀ ਹੈ। ਤੇ ਐਸਾ ਬੱਚਾ ਅਗਰ ਬੈਂਡ ਵਧੀਆ ਲੈ ਕੇ ਸਿੱਧਾ ਡਾਇਰੈਕਟ ਮਾਸਟਰਸ 'ਚ ਅਪਲਾਈ ਕਰੇ ਉਹ ਵੀ ਯੂਨੀਵਰਸਿਟੀ 'ਚ, ਤੇ ਉਹਦਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਐਜ਼ ਕੰਪੇਅਰ ਟੂ ਵੀ ਤੁਸੀਂ ਐਸਡੀਐਸ ਕਾਲਜ 'ਚ ਕਿਤੇ ਜਾਂ ਗਵਰਨਮੈਂਟ ਕਾਲਜ 'ਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰੋ ਦਾ। ਤੇ ਮੈਂ ਇਹ ਕਹੂੰਗਾ ਵੀ ਜੇ ਤਾਂ ਤੁਹਾਡਾ ਗੈਪ ਨਹੀਂ ਹੈਗਾ ਜਾਂ ਥੋੜਾ ਬਹੁਤ ਗੈਪ ਹੈ ਫਿਰ ਤਾਂ ਤੁਸੀਂ ਪੀਜੀ ਡਿਪਲੋਮਾ ਜਾਂ ਪੀਜੀ ਸਰਟੀਫਿਕੇਟ ਕੋਰਸ ਲਓ। ਅਗਰ ਤੁਹਾਡਾ ਗੈਪ ਜਾਂ 2 ਤੋਂ 3 ਸਾਲ ਤੋਂ ਵੱਧ ਹੈਗਾ ਜਾਂ ਪੜ੍ਹਾਈ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਆਲਰੇਡੀ ਮਾਸਟਰਸ ਕੀਤੀ ਹੈ ਜਾਂ ਹੋਰ ਕੋਈ ਤੁਸੀਂ ਕੰਮ ਕੀਤਾ ਹੋਇਆ, ਤੇ ਮੈਂ ਇਹ ਰਿਕਮੈਂਡ ਕਰੂੰਗਾ 6.5 ਬੈਂਡ ਜੋ ਓਵਰਆਲ 6 ਤੋਂ ਘੱਟ ਨਹੀਂ ਹੋਣੇ ਚਾਹੀਦੇ। ਤੇ ਤੁਸੀਂ ਮਾਸਟਰਸ ਵਾਸਤੇ ਅਪਲਾਈ ਕਰੋ, ਬਥੇਰੇ ਮਾਸਟਰ ਦੀ ਯੂਨੀਵਰਸਿਟੀਆਂ ਐਡਮਿਸ਼ਨਾਂ ਦਿੰਦੀਆਂ ਤੇ ਕੋਈ ਜ਼ਿਆਦਾ ਫੀਸ ਸਟਰਕਚਰ ਵਾਲੀ ਵੀ ਗੱਲ ਨਹੀਂ ਹੈਗੀ, ਕੋਈ ਸਸਤੇ ਫੀਸ ਸਟਰਕਚਰ ਮਿਲ ਜਾਂਦੇ ਨੇ ਮਾਸਟਰਸ ਵਿੱਚ ਵੀ, ਬਲਕਿ ਕਈ ਕਾਲਜਸ ਕਈ ਯੂਨੀਵਰਸਿਟੀਆਂ ਤਾਂ ਐਸੀਆਂ ਹੈ ਜਿਹੜੀਆਂ ਮਾਸਟਰਸ ਦਾ ਕੋਰਸ ਉਹਨਾਂ ਦਾ ਪੀਜੀ ਡਿਪਲੋਮਾ ਤੋਂ ਵੀ ਸਸਤਾ ਮਿਲ ਜਾਏਗਾ ਤੁਹਾਨੂੰ ਕੈਨੇਡਾ ਵਿੱਚ। ਇਸ ਕਰਕੇ ਵੀ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਜੀ ਮੈਂ ਇੱਕ ਗਵਰਨਮੈਂਟ ਕਾਲਜ 'ਚ ਜਾ ਰਹੇ ਹਾਂ ਪੀਜੀ ਡਿਪਲੋਮਾ ਕਰਨ ਵਾਸਤੇ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਮੈਂ ਤਾਂ ਮਾਸਟਰ ਡਿਗਰੀ ਕਰਨ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ, ਗਵਰਨਮੈਂਟ ਯੂਨੀਵਰਸਿਟੀ 'ਚ ਜਾ ਰਹੇ ਹਾਂ। ਤੇ ਤੁਸੀਂ ਮਾਸਟਰਸ ਦਾ ਵਿੱਚ ਹਮੇਸ਼ਾ ਬਹੁਤ ਹੀ ਘੱਟ ਐਪਲੀਕੇਸ਼ਨਸ ਕੈਨੇਡਾ ਵਿੱਚ ਜਾਂਦੀਆਂ, ਖਾਸ ਕਰ ਇੰਡੀਆ ਤੋਂ। ਜ਼ਿਆਦਾਤਰ ਬੱਚਾ ਡਿਪਲੋਮੇ 'ਚ ਅਪਲਾਈ ਕਰਦਾ, ਮੈਂ ਕਹੂੰਗਾ 80% ਬੱਚਾ ਡਿਪਲੋਮੇ 'ਚ ਅਪਲਾਈ ਕਰਦਾ, +2 ਲੈਵਲ ਦੇ ਡਿਪਲੋਮੇ 'ਚ, ਤੇ 20 ਤੋਂ 25% ਬੱਚੇ ਅਪਲਾਈ ਕਰਦੇ ਪੋਸਟ ਗ੍ਰੈਜੂਏਸ਼ਨ ਡਿਪਲੋਮਾਸ ਦੇ ਵਿੱਚ ਜਾਂ ਸਰਟੀਫਿਕੇਟਸ ਤੇ। ਸਿਰਫ 5-7% ਹੀ ਬੱਚੇ ਜਿਹੜੇ ਮਾਸਟਰਸ ਡਿਗਰੀ 'ਚ ਅਪਲਾਈ ਕਰਦੇ ਯੂਨੀਵਰਸਿਟੀਆਂ 'ਚ ਅਪਲਾਈ ਕਰਦੇ ਨੇ। ਤੇ ਉਹਦੇ ਵਿੱਚ ਜਦ ਐਮਬੈਸੀ 'ਚ ਇੰਨੀਆਂ ਐਪਲੀਕੇਸ਼ਨਾਂ ਨਹੀਂ ਜਾਂਦੀਆਂ ਮਾਸਟਰਸ ਦੀਆਂ, ਤੇ ਕਿਤੇ ਨਾ ਕਿਤੇ ਉਹਦਾ ਸਕਸੈਸ ਰੇਟ ਬਹੁਤ ਹਾਈ ਹੁੰਦਾ ਤੇ ਵੀ ਤੁਹਾਡਾ ਵੀਜ਼ਾ ਲੱਗਣ ਦੇ ਜਿਹੜੇ ਚਾਂਸਸ ਆ ਬਹੁਤ ਜ਼ਿਆਦਾ ਹੋ ਜਾਂਦੇ ਨੇ। ਇਸ ਕਰਕੇ ਜਿਹੜੇ ਬੱਚੇ 6.5 ਹੈ, 6 ਤੋਂ ਘੱਟ ਨਹੀਂ, ਫਰਸਟ ਪ੍ਰੈਫਰੈਂਸ ਤੁਸੀਂ ਮਾਸਟਰਸ ਦੀ ਰੱਖੋ, ਦੇਖੋ ਕਿਵੇਂ ਵੀਜ਼ਾ ਆਉਂਦਾ। ਤੁਸੀਂ ਆਪ ਕਹੋਗੇ ਵੀ ਬਹੁਤ ਆਸਾਨੀ ਨਾਲ ਤੁਹਾਡਾ ਵੀਜ਼ਾ ਗ੍ਰਾਂਟ ਹੋਵੇ। ਬਿਲਕੁਲ, ਜਿਵੇਂ ਸਰ ਨੇ ਮਾਸਟਰਸ ਦੀ ਵੀ ਗੱਲ ਕੀਤੀ ਹੈ, ਮੈਂ ਐਡ ਆਨ ਕਰਨਾ ਚਾਹੂੰਗੀ ਕੁਝ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਥੋੜਾ ਜਿਹਾ ਡਿਫਰੈਂਟ ਹੁੰਦਾ ਹੈ। ਪੀਜੀ ਡਿਪਲੋਮਾਸ ਦੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ 60% ਦੀ ਰਿਕੁਆਇਰਮੈਂਟ ਹੁੰਦੀ ਹੈ ਅਕੈਡਮਿਕਸ ਦੀ। ਸਮ ਯੂਨੀਵਰਸਿਟੀਜ਼ ਜਿਹੜੀ ਹੁੰਦੀ ਉਹਦੀ ਰਿਕੁਆਇਰਮੈਂਟ 70% ਦੀ ਹੁੰਦੀ ਹੈ ਅਕੈਡਮਿਕਸ ਦੇ ਵਿੱਚ, ਜੇ ਤੁਸੀਂ ਮਾਸਟਰਸ ਟਾਰਗੇਟ ਕਰਦੇ ਹੋ। 6.5 ਨਾਟ ਲੈਸ ਦੈਨ 6 ਨਾਲ ਵੀ ਅਪਲਾਈ ਕਰ ਸਕਦੇ ਹੋ, ਬਟ ਕੁਝ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ 7 ਓਵਰਆਲ ਨਾਟ ਲੈਸ ਦੈਨ 6.5 ਵੀ ਹੁੰਦੀ ਹੈ, ਜਿੱਥੇ ਕਿ ਉਹਨਾਂ ਦਾ ਤੁਹਾਨੂੰ ਕਈ ਵਾਰੀ ਵੇਵਰ ਵੀ ਮਿਲ ਜਾਂਦਾ ਉਹਦੇ ਵਿੱਚ। ਨਾਲ ਹੀ LOR ਲੈਟਰ ਆਫ ਰਿਕਮੈਂਡੇਸ਼ਨ ਦੀ ਵੀ ਗੱਲ ਕਰਦੇ ਹਾਂ, ਜਦੋਂ ਪੀਜੀ ਡਿਪਲੋਮਾ ਤੇ ਅਪਲਾਈ ਕਰਦੇ ਹੋ ਉੱਥੇ ਰਿਕੁਆਇਰਮੈਂਟ ਨਹੀਂ ਹੁੰਦੀ, ਬਟ ਯੈਸ ਜੇ ਤੁਸੀਂ ਮਾਸਟਰਸ ਲਈ ਅਪਲਾਈ ਕਰੋਗੇ LOR ਦੀ ਰਿਕੁਆਇਰਮੈਂਟ ਹੋਏਗੀ। ਉਹ ਅਕੈਡਮਿਕ ਵੀ ਹੋ ਸਕਦੀ ਹੈ ਜਾਂ ਜੇ ਤੁਸੀਂ ਕਿਤੇ ਕੰਮ ਕੀਤਾ ਸੀਗਾ ਤੁਸੀਂ ਉੱਥੋਂ ਵੀ ਪ੍ਰੋਵਾਈਡ ਕਰ ਸਕਦੇ ਹੋ। ਨਾਲ ਪਲੱਸ ਪੁਆਇੰਟ ਇਹ ਹੁੰਦਾ ਹੈ ਕਿ ਸਟੂਡੈਂਟ, ਇਹ ਸਭ ਨੂੰ ਪਤਾ ਹੈ ਵੀ ਕਿ ਕੈਨੇਡਾ ਇੱਕ ਡ੍ਰੀਮ ਡੈਸਟੀਨੇਸ਼ਨ ਹੈ, ਸਪੈਸ਼ਲੀ ਪੰਜਾਬੀ ਜਿਹੜੇ ਸਟੂਡੈਂਟ ਆਪਣੇ ਹੈਗੇ ਹੈ ਉਹਨਾਂ ਦਾ PR ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਸੁਪਨਾ ਹੁੰਦਾ ਹੈ। ਤੇ PR ਪੁਆਇੰਟ ਆਫ ਵਿਊ ਨਾਲ ਵੀ ਤੁਹਾਡੇ 30 ਪੁਆਇੰਟਸ ਤੁਹਾਨੂੰ ਮਿਲਦੇ ਨੇ ਜਦੋਂ ਤੁਸੀਂ ਮਾਸਟਰਸ ਕਰਦੇ ਹੋ। ਜੇ ਪੀਜੀ ਡਿਪਲੋਮਾ ਕੀਤਾ ਹੈ ਤਾਂ 15 ਪੁਆਇੰਟਸ ਤੁਹਾਨੂੰ PR ਪੁਆਇੰਟ ਆਫ ਵਿਊ ਨਾਲ ਮਿਲਣਗੇ। ਤੇ ਸਟੂਡੈਂਟ ਇਹਨਾਂ ਚੀਜ਼ਾਂ ਨੂੰ, ਟੈਕਨੀਕਲ ਪੁਆਇੰਟਸ ਨੂੰ ਧਿਆਨ ਦੇ ਅੰਦਰ ਰੱਖਦੇ ਹੋਏ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਕ੍ਰੀਮ ਪ੍ਰੋਫਾਈਲ ਹੈ, ਬਹੁਤ ਵਧੀਆ ਪ੍ਰੋਫਾਈਲ ਹੈ, ਤੁਹਾਡਾ ਐਕਸਪੀਰੀਅੰਸ ਹੈ, ਤੁਹਾਡੇ ਕੋਲ ਐਕਸਪੀਰੀਅੰਸ ਨਾਲ ਲਵਾਓ, 3 ਤੋਂ 4 ਸਾਲਾਂ ਦੀ ਬੈਚਲਰਸ ਕੀਤੀ ਹੋਈ ਹੈ, 70% ਹੈ ਜਾਂ 6.5 ਓਵਰਆਲ ਹੈ ਜਾਂ 7 ਓਵਰਆਲ ਨਾਟ ਲੈਸ ਦੈਨ 6.5 ਹੈ, ਅਪਲਾਈ ਕਰਵਾਓ। ਮਾਸਟਰ ਡਿਗਰੀ ਤੇ ਅਪਲਾਈ ਕਰਵਾਓ ਤੇ LOR ਨਾਲ ਲਗਵਾ ਕੇ ਅਪਲਾਈ ਕਰਵਾਓ। ਜੀ ਸਰ, ਇਹਦੇ ਨਾਲ ਸਰ ਮੈਂ ਇਹ ਵੀ ਗੱਲ ਕਰੂੰਗੀ, ਜਿੱਦਾਂ ਆਪਾਂ ਗੱਲ ਕੀਤੀ ਸੀਗੀ ਕੁਝ ਬੱਚੇ ਵੀਕ ਪ੍ਰੋਫਾਈਲ ਹੁੰਦੀ ਹੈ, ਵੀਕ ਆਪਾਂ ਕਾਊਂਟ ਕਰਦੇ ਹਾਂ ਇੱਕ ਮੋਡਿਊਲ 'ਚ 5.5 ਵਾਲੇ, 2 ਮੋਡਿਊਲ ਵਾਲੇ ਬੱਚਿਆਂ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਕਿਉਂਕਿ ਕੈਨੇਡਾ ਬਿਲਕੁਲ ਵੀ ਸਕਸੈਸ ਰੇਟ ਨਹੀਂ ਹੈਗਾ। ਮੈਂ ਗੱਲ ਕਰ ਰਹੀ ਹਾਂ IELTS ਦੀ, 6 ਓਵਰਆਲ ਨਾਟ ਲੈਸ ਦੈਨ 5.5 ਇਨ 1 ਮੋਡਿਊਲ ਜਾਂ ਫਿਰ 6.5 ਓਵਰਆਲ ਨਾਟ ਲੈਸ ਦੈਨ
5.5 in one module। ਕ੍ਰੀਮ ਪ੍ਰੋਫਾਈਲ ਆਪਾਂ ਨਹੀਂ ਕਹਿ ਸਕਦੇ, ਵੀਕ ਪ੍ਰੋਫਾਈਲ ਬੱਚੇ ਦੀ ਹੈਗੀ ਹੈ ਕਿਹੜੇ ਕਾਲਜ ਨੂੰ ਟਾਰਗੇਟ ਕਰੀਏ ਪੀਜੀ ਡਿਪਲੋਮਾਸ ਲਈ। ਸਟੂਡੈਂਟ ਤੁਸੀਂ ਜੇ ਆਫਟਰ +2 ਵੀ ਜਾਣਾ ਹੈ ਜਾਂ ਆਫਟਰ ਗ੍ਰੈਜੂਏਸ਼ਨ ਪੀਜੀ ਡਿਪਲੋਮਾ ਕਰਨਾ ਹੈ, ਤੁਸੀਂ ਸੈਂਟ ਕਲੀਅਰ ਨੂੰ ਟਾਰਗੇਟ ਕਰ ਸਕਦੇ ਹੋ, ਸੂ ਕਾਲਜ ਨੂੰ, ਸੂ ਸੈਂਟ ਮੈਰੀ ਜਿਹੜਾ ਅੰਟਾਰੀਓ ਦੇ ਵਿੱਚ ਹੈ ਤੁਸੀਂ ਉਸ ਕਾਲਜ ਨੂੰ ਵੀ ਟਾਰਗੇਟ ਕਰ ਸਕਦੇ ਹੋ। ਕੈਂਬਰਿਅਨ ਕਾਲਜ ਹੋ ਗਿਆ, ਫੈਨਸ਼ੋ ਹੋ ਗਿਆ ਔਰ ਫਲੇਮਿੰਗ ਕਾਲਜ ਹੋ ਗਿਆ, ਤੁਸੀਂ ਇਹ ਕਾਲਜਸ ਨੂੰ ਟਾਰਗੇਟ ਕਰ ਸਕਦੇ ਹੋ ਜੇ ਤੁਸੀਂ ਇੱਕ ਚਾਂਸ ਲੈਣਾ ਚਾਹੁੰਦੇ ਹੋ ਆਪਣੀ ਉਸ ਪ੍ਰੋਫਾਈਲ ਦੇ ਨਾਲ, ਕਿਉਂਕਿ ਇਹ ਕੁਝ ਕ੍ਰਾਈਟੇਰੀਆ ਹੈ ਕਾਲਜਸ ਦਾ ਜਿਹਦੇ ਵਿੱਚ ਤੁਹਾਨੂੰ ਐਕਸੈਪਟ ਕਰਕੇ ਤੁਹਾਡਾ LOA ਵੀ ਮਿਲ ਜਾਂਦਾ, ਉਸ ਤੋਂ ਬਾਅਦ ਵੀਜ਼ਾ ਵੀ ਗ੍ਰਾਂਟ ਕੀਤਾ ਜਾਂਦਾ ਹੈ। ਹਮੇਸ਼ਾ ਜਦੋਂ ਕਾਲਜ ਜਾਂ ਯੂਨੀਵਰਸਿਟੀ ਦੀ ਗੱਲ ਹੁੰਦੀ ਹੈ ਰਿਕੁਆਇਰਮੈਂਟ ਦੇ ਅਕੋਰਡਿੰਗ, ਜੇ ਉਹਨਾਂ ਦੇ ਅਸੈਸਮੈਂਟ ਦੇ ਅਕੋਰਡਿੰਗ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਡਾ ਵੀਜ਼ਾ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਜੇ ਡਾਕੂਮੈਂਟਸ ਨਾਲ ਛੇੜਛਾੜ ਕਰੋਗੇ, ਕੋਈ ਫੇਕ ਡਾਕੂਮੈਂਟ ਲਵਾ ਰਹੇ ਹੋ, SOP ਨਹੀਂ ਲਵਾ ਰਹੇ ਹੋ, ਗੈਪ ਨਹੀਂ ਜਸਟੀਫਾਈ ਕਰ ਰਹੇ ਹੋ, ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਉਹ ਰੀਜ਼ਨਸ ਬਣ ਜਾਂਦੇ ਨੇ ਜਿਹਦੇ ਕਰਕੇ ਰਿਜੈਕਸ਼ਨ ਆਉਂਦੀ ਹੈ। ਜਿਵੇਂ ਆਲਰੇਡੀ ਸਰ ਨੇ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀਗਾ ਕਿ ਰੀਜ਼ਨ ਕੀ ਹੁੰਦਾ, ਤੁਹਾਡਾ ਏਜੰਟ ਉਹਨੇ ਤੁਹਾਡੀ ਪ੍ਰੋਫਾਈਲ ਵੀ ਵਧੀਆ ਬਣਾਉਣੀ ਤੇ ਖਰਾਬ ਵੀ ਉਹਨੇ ਕਰਨੀ ਹੈ। ਕੀ ਕਹਿਣਾ ਸਰ? ਦੇਖੋ ਇਹ ਸਾਰਾ ਕੰਸਲਟੈਂਟ ਦਾ ਜਿਹੜਾ ਬਹੁਤ ਵੱਡਾ ਰੋਲ ਹੁੰਦਾ ਹੈ ਵੀ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਬਹੁਤ ਮਾੜੀ ਪ੍ਰੋਫਾਈਲ ਦਾ ਕੈਨੇਡਾ ਦਾ ਬੱਚੇ ਦਾ ਵੀਜ਼ਾ ਆ ਗਿਆ ਵੀ। ਇੱਕ ਸਾਡੇ ਕੋਲ ਪਿਛਲੇ ਲਾਈਕ ਅਪਰੋਕਸੀਮੇਟਲੀ 2-3 ਮਹੀਨੇ ਪੁਰਾਣੀ ਗੱਲ ਹੈ, ਬੱਚੇ ਦਾ 5 ਵਾਰੀ ਕੈਨੇਡਾ ਤੋਂ ਰਿਜੈਕਟਡ ਸੀਗਾ ਕੇਸ ਵੀ 3.5 ਸਾਲ ਦਾ ਬੱਚੇ ਦਾ ਗੈਪ ਸੀਗਾ, ਰਿਜੈਕਸ਼ਨਾਂ ਹੀ ਆਉਂਦੀਆਂ ਰਹੀਆਂ 3-3.5 ਸਾਲ 'ਚ ਬੱਚੇ ਦੀਆਂ। ਤੇ ਇਸ ਦਾ ਵੀਜ਼ਾ ਅਪਲਾਈ ਕੀਤਾ, ਮੌਂਟਰੀਅਲ 'ਚ ਅਪਲਾਈ ਕੀਤਾ ਸੀ ਜੀ, ਵੀਜ਼ਾ ਗ੍ਰਾਂਟ ਹੋਇਆ ਬੱਚੇ ਦਾ। ਤੇ ਉਹੀ ਉਸ ਟਾਈਪ ਦੇ ਕੇਸਿਸ ਐਵੇਂ ਆਉਂਦੇ ਸਾਡੇ ਕੋਲ ਵੀ, ਬਹੁਤ ਵਧੀਆ ਪ੍ਰੋਫਾਈਲ ਹੁੰਦੀ ਹੈ, 6.5-7 ਬੈਂਡ ਓਵਰ ਹੁੰਦੇ ਨੇ, 6 ਤੋਂ ਘੱਟ ਨਹੀਂ ਹੁੰਦੇ, SDS ਦੀ ਫਾਈਲ ਲੱਗੀ ਹੁੰਦੀ ਹੈ, ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਹਰ ਰੋਜ਼ ਸਾਡੇ ਕੋਲ ਅਪਰੋਕਸੀਮੇਟਲੀ ਜ਼ਿਆਦਾ ਵੀ 5-7 ਐਸੀਆਂ ਪ੍ਰੋਫਾਈਲ ਬੱਚੇ ਭੇਜਦੇ ਨੇ, ਬਹੁਤ ਵਧੀਆ ਕਰੀਮ ਪ੍ਰੋਫਾਈਲਸ ਹੁੰਦੀਆਂ, ਵੀਜ਼ਾ ਨਹੀਂ ਆਏ ਹੁੰਦੇ, ਰਿਜੈਕਟਰ ਬੱਚੇ ਨਾਲ ਭੇਜਦੇ ਨੇ ਆਪਦੀਆਂ। ਤੇ ਫਿਰ ਉਹੀ ਗੱਲ ਹੁੰਦੀ ਹੈ ਵੀ ਕੀ ਕੀਤਾ ਜਾਏ ਉਹਨਾਂ ਕੇਸਿਸ ਦਾ। ਵੀ ਹੁਣ ਅਸੀਂ ਇਹੀ ਰਿਕਮੈਂਡ ਕਰਦੇ ਹਾਂ ਬੱਚਿਆਂ ਨੂੰ ਵੀ ਪਹਿਲਾਂ ਆਪਦੀ ਜਿਹੜੀ ਹੈਗੀ ਨਾ ਪ੍ਰੋਪਰ ਵੀ ਇਹ ਦੇਖ ਕੇ ਚਲੋ ਵੀ ਤੁਹਾਨੂੰ ਕਿਹੜਾ ਕੰਸਲਟੈਂਟ ਤੁਹਾਡੀ ਫਾਈਲ ਤੇ ਟਾਈਮ ਲਗਾਉਣ ਨੂੰ ਤਿਆਰ ਹੈ। ਫਾਈਲ ਤੇ ਟਾਈਮ ਲੱਗਦਾ 2 ਚੀਜ਼ਾਂ ਤੇ ਮੇਨ, ਇੱਕ ਕੋਰਸ ਰੈਲੇਵੈਂਸੀ ਕੱਢਦੇ ਹੋਏ ਵੀ ਕਿਹੜਾ ਕੋਰਸ ਤੁਹਾਡੇ ਵਾਸਤੇ ਰੈਲੇਵੈਂਟ ਹੈਗਾ ਤੇ ਕਿਹੜਾ ਕੋਰਸ ਦਾ ਲੈਵਲ ਹੋਣਾ ਚਾਹੀਦਾ ਵੀ ਪੋਸਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਜਾਂ ਮਾਸਟਰਸ ਹੋਣਾ ਚਾਹੀਦਾ ਤੁਹਾਡੇ ਵਾਸਤੇ। ਤੇ ਦੂਸਰੀ ਚੀਜ਼ ਇਹ ਆ ਜਾਂਦੀ ਹੈ ਵੀ ਜਿਹੜੀ ਸਟੇਟਮੈਂਟ ਆਫ ਪਰਪਸ ਹੁੰਦੀ ਹੈ ਵੀ ਉਹ ਤੁਹਾਡਾ ਕੰਸਲਟੈਂਟ ਜਿਹੜਾ ਹੈਗਾ ਉਹ ਲਗਾ ਰਿਹਾ ਕਿ ਨਹੀਂ ਲਗਾ ਰਿਹਾ ਤੇ ਕਿੰਨੀ ਵਧੀਆ ਤਰੀਕੇ ਨਾਲ ਲਗਾ ਰਿਹਾ, ਕੀ ਕੁਝ ਉਹਦੇ ਵਿੱਚ ਨਾਲ ਲਗਾ ਰਿਹਾ। ਇਸ ਤੋਂ ਇਲਾਵਾ ਆ ਜਾਂਦੀ ਹੈ ਇਨਕਮ ਦੇ ਡਾਕੂਮੈਂਟਸ ਆ ਜਾਂਦੇ ਤੇ ਫਾਈਨੈਂਸ਼ੀਅਲ ਡਾਕੂਮੈਂਟਸ ਆ ਜਾਂਦੇ ਨੇ। ਸਾਡੀ ਕੰਪਨੀ ਇਨਕਮ ਦੇ ਡਾਕੂਮੈਂਟ ਬਹੁਤ ਸਟਰੋਂਗ ਰੱਖਦੀ ਹੈ। ਅਸੀਂ ਫੈਮਿਲੀ ਇਨਕਮ ਘੱਟੋ ਘੱਟ 15 ਲੱਖ ਰੁਪਏ ਦਿਖਾ ਕੇ ਚੱਲਦੇ ਹਾਂ, ਜਿਹਦੇ ਵਿੱਚ ਕੋਈ ਬੱਚੇ ਦਾ ਖਰਚਾ ਨਹੀਂ ਆਉਂਦਾ ਹੈਗਾ। ਸਿਰਫ ਡਾਕੂਮੈਂਟੇਸ਼ਨ ਜਿਹੜੀ ਹੈਗੀ ਹੈ ਵੀ ITRs ਦੇ ਵਿੱਚ ਅਸੀਂ ਉਹ ਲਾਈਕ 15 ਲੱਖ ਰੁਪਏ ਦੇ ਆਸ-ਪਾਸ ਬੱਚੇ ਦੀ ਫੈਮਿਲੀ ਇਨਕਮ ਦਿਖਾ ਕੇ ਚੱਲਦੇ ਹਾਂ, ਪਲੱਸ ਨਾਲ ਐਡੀਸ਼ਨਲ 10 ਤੋਂ ਜਾ ਕੇ 15 ਲੱਖ ਰੁਪਏ ਦੇ ਫੰਡਸ ਨਾਲ ਵੀ ਦਿਖਾ ਕੇ ਚੱਲਦੇ ਹਾਂ, ਤਾਂ ਕਿ ਫਾਈਨੈਂਸ਼ੀਅਲੀ ਜਿਹੜਾ ਇੱਕ ਕ੍ਰਾਈਟੇਰੀਆ ਹੁੰਦਾ ਵੀ ਬੱਚਾ ਫਾਈਨੈਂਸ਼ੀਅਲੀ ਸਿਕਿਉਰ ਹੈ, ਉਹਨਾਂ ਦੀ ऑनगोइंग इनकम भी ਤੁਸੀਂ ਆਲੋ ਵੀ $30,000 ਦੇ ਆਸ-ਪਾਸ ਹੋਗੀ ਅਗਰ ਆਪਾਂ 15 ਲੱਖ ਰੁਪਏ ਲਗਾ ਕੇ ਚੱਲ ਰਹੇ ਹਾਂ। ਤੇ ਅਗਰ 15 ਲੱਖ ਰੁਪਏ ਨਾਲ ਲੈ ਕੇ ਚੱਲ ਰਹੇ ਹਾਂ ਤਾਂ ਸਮਝ ਲਓ ਵੀ ਅਗਲੇ ਸਾਲ ਦਾ ਜਿਹੜਾ ਫੀਸ ਦਾ ਲਿਵਿੰਗ ਐਕਸਪੈਂਸਿਸ ਦਾ ਖਰਚਾ ਬੱਚੇ ਦਾ ਉਹ ਬੱਚਾ ਦਿਖਾ ਸਕਦਾ ਵੀ ਮੇਰੇ ਕੋਲ ਹੈਗਾ ਜੀ ਸਾਰਾ ਕੁਝ। ਤੇ ਇੱਕ ਸਟਰੋਂਗ ਉਹ ਬਣ ਜਾਂਦੀ ਹੈ ਵੀ ਵੀਜ਼ਾ ਅਫਸਰ ਵਾਸਤੇ ਵੀ ਇੱਕ ਵੀਜ਼ਾ ਦੇਣ ਦਾ ਇੱਕ ਕਾਰਨ ਬਹੁਤ ਸਟਰੋਂਗ ਬਣ ਜਾਂਦਾ ਵੀ ਜਦ ਉਹਨਾਂ ਨੂੰ ਸਾਰਾ ਕੁਝ ਦਿਖ ਜਾਂਦਾ ਵੀ ਫਾਈਨੈਂਸ਼ੀਅਲੀ ਸਟਰੋਂਗ ਹੈ, ਸਭ ਕੁਝ ਸਟਰੋਂਗ ਹੈ। ਬਾਕੀ ਜਿਹੜਾ ਰਹਿ ਗਈ ਡਾਕੂਮੈਂਟਸ ਦੀ ਗੱਲ, ਜਿਹੜੇ ਡਾਕੂਮੈਂਟਸ ਤੁਹਾਡੇ ਉਹੀ ਰਹਿਣੇ, ਕੋਈ ਡਾਕੂਮੈਂਟ ਤੁਹਾਡੇ ਨੰਬਰ ਨਹੀਂ ਬਦਲ ਸਕਦੇ ਹੈਗੇ ਜਾਂ ਕੋਈ ਸਾਡੇ ਬੈਂਡ ਨਹੀਂ ਵੱਧ ਸਕਦੇ। ਵੀ ਇੱਕ ਕ੍ਰਾਈਟੇਰੀਆ ਜਿਵੇਂ ਜਿਹੜਾ ਮਿਨੀਮਮ ਕ੍ਰਾਈਟੇਰੀਆ ਸੀ ਇਹ ਜਾ ਕੇ ਚੱਲਦੇ ਹਾਂ ਵੀ 6 ਬੈਂਡ ਓਵਰਆਲ ਹੋਣ ਤੇ ਇੱਕ ਮੋਡਿਊਲ 'ਚ ਤੁਹਾਡੇ 5.5 ਹੈਗੇ ਨੇ ਤਾਂ ਹੀ ਅਪਲਾਈ ਕਰੋ ਕੈਨੇਡਾ ਦਾ। ਅਗਰ 2 'ਚ 5.5 ਹੈ ਤਾਂ ਸਿਰਫ ਤੁੱਕਾ ਮਾਰਨ ਵਾਲੀ ਗੱਲ ਹੈ ਵੀ 25 ਵਿੱਚੋਂ ਇੱਕ ਵੀਜ਼ਾ ਆ ਜਾਏ ਤਾਂ ਕਿਆ ਗਿਆ ਨਾ, ਲੇਕਿਨ ਨਹੀਂ ਇੰਨਾ ਸਟਰੋਂਗ ਬਣਦਾ ਕੇਸ। ਤੇ ਇਸ ਤੋਂ ਇਲਾਵਾ ਜਿਹੜਾ ਪਰਸੈਂਟੇਜ ਤੁਹਾਡੀ ਹੈਗੀ ਹੈ ਜਾਂ ਗੈਪ ਹੈ, ਅਗਰ ਉਸਨੂੰ ਸਾਰਾ ਕੁਝ ਤਰੀਕੇ ਨਾਲ ਤੁਸੀਂ ਲਗਾ ਕੇ ਚੱਲ ਰਹੇ ਹੋ ਤੇ ਇਹਦੇ ਨਾਲ ਔਨ ਟੌਪ ਆਫ ਇਟ ਅਗਰ ਤੁਸੀਂ ਵਧੀਆ ਫਾਈਨੈਂਸ਼ੀਅਲ ਡਾਕੂਮੈਂਟ, ਵਧੀਆ ਇਨਕਮ ਲਗਾ ਕੇ ਚੱਲ ਰਹੇ ਹੋ ਤੇ ਨਾਲ ਤੁਸੀਂ ਇੱਕ ਸਟੇਟਮੈਂਟ ਆਫ ਪਰਪਸ ਵਧੀਆ ਲਗਾ ਕੇ ਚੱਲ ਰਹੇ ਹੋ ਵੀ ਇਹ ਕੋਰਸ ਕਿਉਂ ਕਰਨਾ ਚਾਹੁੰਦਾ ਮੈਂ, ਕੈਨੇਡਾ ਕਿਉਂ ਚੂਜ਼ ਕੀਤਾ, ਇਹੀ ਕਾਲਜ ਕਿਉਂ ਚੂਜ਼ ਕੀਤਾ, ਇਹ ਲੋਕੇਸ਼ਨ ਕਿਉਂ ਚੂਜ਼ ਕੀਤੀ, ਇਹ ਕਰਨ ਤੋਂ ਬਾਅਦ ਮੈਂ ਕੀ ਕਰੂੰਗਾ, ਕਿਹੜੀਆਂ ਜੌਬਸ ਮਿਲਣਗੀਆਂ ਮੈਨੂੰ, ਕਿਹੜੀ ਕੰਪਨੀਜ਼ ਮੈਨੂੰ ਜੌਬ ਦੇ ਦੇਣਗੀਆਂ, ਕਿੰਨੀ ਮੈਨੂੰ ਸੈਲਰੀ ਪੈਕੇਜ ਮਿਲੇਗਾ ਤੇ ਮੈਂ ਇੰਡੀਆ ਵਾਪਸ ਕਿਉਂ ਆਊਂਗਾ, ਵੀ ਇੱਥੇ ਕੀ ਕੁਝ ਹੈਗਾ ਵੀ ਜਿਹਦੇ ਕਾਰਨ ਮੈਨੂੰ ਇੰਡੀਆ ਆਉਣਾ ਪਏਗਾ। ਤੇ ਸਾਰੀਆਂ ਚੀਜ਼ਾਂ ਤੇ ਜਦ ਬੱਚਾ ਇੱਕ ਐਕਸਪਲੇਨੇਸ਼ਨ ਦਿੰਦਾ ਹੈ ਸਟੇਟਮੈਂਟ ਪਰਪਸ ਦੇ ਨਾਲ ਤੇ ਉਹਦਾ ਜਿਹਨੂੰ ਕਹਿੰਦੇ ਵੀ ਕਵਰ ਹੋ ਜਾਂਦਾ ਚਾਰੋਂ ਪਾਸੋਂ ਕੇਸ। ਕੋਰਸ ਰੈਲੇਵੈਂਟ ਵੀ ਆ ਗਿਆ, ਗੈਪ ਵੀ ਉਹਦਾ ਕਵਰ ਕਰਤਾ ਜੀ, ਫਿਰ ਫਾਈਨੈਂਸ਼ੀਅਲ ਵੀ ਸਟਰੋਂਗ ਹੈ, ਇਨਕਮ ਦੇ ਡਾਕੂਮੈਂਟ ਵੀ ਵਧੀਆ ਹੈ, ਸਟੇਟਮੈਂਟ ਆਫ ਪਰਪਸ ਵੀ ਵਧੀਆ ਲੱਗਿਆ ਤੇ ਵੀਜ਼ਾ ਆਫਿਸਰ ਕੋਈ ਤੁਹਾਨੂੰ ਖੁੰਦਕ 'ਚ ਨਹੀਂ ਤੁਹਾਨੂੰ ਵੀਜ਼ਾ ਰਿਜੈਕਟ ਕਰਦਾ ਜਾਂ ਤੁਹਾਡੇ ਨਾਲ ਕੋਈ ਉਹਦੀ ਜਾਣ ਪਛਾਣ ਨਹੀਂ ਹੈਗੀ ਤਾਂ ਤੁਹਾਨੂੰ ਇਹ ਨਹੀਂ ਹੈਗਾ ਵੀ ਤਾਂ ਵੀਜ਼ਾ ਦਿੰਦਾ। ਵੀਜ਼ਾ ਆਫਿਸਰ ਸਿਰਫ ਪੇਪਰ ਵਰਕ ਦੇ ਉੱਤੇ ਤੁਹਾਨੂੰ ਵੀਜ਼ਾ ਦਿੰਦਾ। ਤੁਹਾਡਾ ਪੇਪਰ ਵਰਕ ਠੀਕ ਹੈ, ਤੁਹਾਡੇ ਸਾਰਾ ਜੋ ਰੈਲੇਵੈਂਸੀ ਨੂੰ ਲੈ ਕੇ, ਪ੍ਰੋਗਰੈਸ਼ਨ ਨੂੰ ਲੈ ਕੇ, ਹਰ ਚੀਜ਼ ਤੁਹਾਡੀ ਫਾਈਨੈਂਸ਼ੀਅਲ ਡਾਕੂਮੈਂਟ ਨੂੰ ਲੈ ਕੇ
ਕਿ ਹਰ ਚੀਜ਼ ਸਹੀ ਹੈ ਤਾਂ ਤੁਹਾਡਾ ਵੀਜ਼ਾ ਦੇ ਦਿੱਤਾ ਜਾਂਦਾ ਹੈ। ਅਗਰ ਕਿਤੇ ਵੀ ਕੋਈ ਕਮੀ ਹੈਗੀ ਹੈ, ਉਹਨਾਂ ਨੂੰ ਲੱਗਦਾ ਵੀ ਨਹੀਂ ਤੁਹਾਡਾ ਕੇਸ ਠੀਕ ਨਹੀਂ ਹੈਗਾ, ਤੁਸੀਂ ਕਿਹੜੇ ਮਰਜ਼ੀ ਲਾਇਰ ਤੋਂ ਅਪਲਾਈ ਕਰ ਦਿਓ, ਕਿਹੜੇ ਮਰਜ਼ੀ ਕੰਸਲਟੈਂਟ ਤੋਂ ਅਪਲਾਈ ਕਰ ਦਿਓ, ਜੋ ਮਰਜ਼ੀ ਤੁਹਾਡਾ, ਬੇਸ਼ੱਕ ਰਿਸ਼ਤੇਦਾਰ ਵੀ ਕੋਈ ਲੱਗਾ ਇਮੀਗ੍ਰੇਸ਼ਨ, ਤਾਂ ਵੀ ਤੁਹਾਡਾ ਵੀਜ਼ਾ ਨਹੀਂ ਲੱਗੇਗਾ। ਇਸ ਕਰਕੇ ਕੋਈ ਜਾਣ ਪਛਾਣ ਨਹੀਂ ਚੱਲਦੀ, ਕੋਈ ਸੈਟਿੰਗ ਨਹੀਂ ਚੱਲਦੀ, ਕੋਈ ਵੀ ਕੁਝ ਨਹੀਂ ਚੱਲਦਾ ਹੈਗਾ। ਯਾਦ ਰੱਖਿਓ, ਇੱਕ ਸਿੰਪਲ ਦੀ ਗੱਲ ਹੈ, ਪੇਪਰ ਵਰਕ ਦੇ ਵੀਜ਼ਾ ਮਿਲਦਾ। ਜਿੰਨਾ ਤੁਹਾਡਾ ਕੰਸਲਟੈਂਟ ਵੀ ਆਪਾਂ ਕਹਿੰਦੇ ਲਾਇਰ ਦੇ ਥਰੂ ਫਾਈਲ ਆਈ ਸੀ, ਲਾਇਰ ਨੇ ਕਰਨਾ ਕਿਆ ਹੁੰਦਾ, ਲਾਇਰ ਕਈ ਵਾਰੀ ਕਿਆ, ਜਿਹੜਾ ਕੰਸਲਟੈਂਟ ਲਾਇਰ ਵਧੀਆ ਹੋਏਗਾ ਉਹ ਚੰਗੀ ਤਰ੍ਹਾਂ ਤੁਹਾਡੀ ਫਾਈਲ ਨੂੰ ਦੇਖੇਗਾ, ਉਹਨੂੰ ਕਵਰਿੰਗ ਲੈਟਰ ਲਗਾਏਗਾ, ਉਹਦੇ ਹਰ ਚੀਜ਼ ਤੁਹਾਨੂੰ ਗਾਈਡ ਕਰਕੇ ਚੱਲੇਗਾ ਤੇ ਤੁਹਾਡਾ ਵੀਜ਼ਾ ਜਿਹੜਾ ਹੈਗਾ ਗ੍ਰਾਂਟ ਹੋ ਜਾਂਦਾ ਹੈ। ਤੇ ਅਗਰ ਆਪਾਂ ਕਹਿੰਦੇ ਵੀ ਇੱਥੇ ਲੋਕਲ ਕੰਸਲਟੈਂਟ ਲਗਾਈ ਸੀਗੀ, ਹੁਣ ਲੋਕਲ ਕੰਸਲਟੈਂਟ ਕਈ ਵਾਰੀ ਹੁੰਦਾ ਨਹੀਂ ਧਿਆਨ ਨਾਲ ਤੁਹਾਡੀ ਫਾਈਲ ਲਗਾਉਂਦਾ ਹੈਗਾ, ਜਾਂ ਨਹੀਂ ਨੌਲੇਜ ਹੁੰਦੀ ਅਗਲੇ ਨੂੰ, ਨਹੀਂ ਐਕਸਪੀਰੀਅੰਸ ਹੁੰਦਾ, ਤੇ ਉਹ ਕਿਤੇ ਨਾ ਕਿਤੇ ਤੁਹਾਡੀ ਫਾਈਲ ਖਰਾਬ ਕਰ ਦਿੰਦਾ। ਇਸ ਕਰਕੇ ਸਾਰੀ ਗੱਲ ਉੱਥੇ ਆ ਜਾਂਦੀ ਹੈ ਵੀ ਕਿੰਨਾ ਤੁਹਾਡਾ ਜਿਹੜਾ ਕੰਸਲਟੈਂਟ ਹੈਗਾ ਵੀ ਕਿੰਨਾ ਤੁਹਾਡੀ ਫਾਈਲ ਤੇ ਧਿਆਨ ਦੇ ਰਿਹਾ, ਕਿੰਨਾ ਕੁ ਟਾਈਮ ਦੇ ਰਿਹਾ। ਦੋ ਜਗ੍ਹਾ ਤੇ ਧਿਆਨ ਦੇ ਦੇ, ਇੱਕ ਤਾਂ ਸ਼ੁਰੂ ਚ ਵੀ ਫਾਰਮੂਲਾ ਕੀ ਜਾਣਾ ਵੀ ਕਿਹੜਾ ਕੋਰਸ, ਕਿਹੜਾ ਪ੍ਰੋਗਰੈਸ਼ਨ ਕਰਨੀ ਹੈ, ਕਿਹੜਾ ਕਾਲਜ ਬੱਚੇ ਵਾਸਤੇ ਚੂਜ਼ ਕਰਨਾ ਹੈ, ਇੱਕ ਉਹਦੇ ਤੇ ਧਿਆਨ ਦੇ ਦੇ, ਤੇ ਇੱਕ ਜਦੋਂ ਫਾਈਲ ਲੱਗਣੀ ਹੈ ਉਦੋਂ ਅੱਧਾ ਘੰਟੇ ਦਾ ਟਾਈਮ ਦੇ ਦੇ ਵੀ SOP ਦੇ ਵਿੱਚ ਧਿਆਨ ਦੇ ਦੇ, ਕੋਈ ਗੈਪ ਨੂੰ ਕਵਰ ਕਰਨਾ ਕਿਆ ਹੈ, ਉਹ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਧਿਆਨ ਦੇ ਦੇ, ਤੇ ਵੀਜ਼ਾ ਬੱਚੇ ਦਾ ਜਿਹਨੂੰ ਕਹਿੰਦੇ ਵੀ ਬਹੁਤ ਹਾਈਲੀ ਸਕਸੈਸਫੁਲੀ ਬੱਚੇ ਦਾ ਸਕਸੈਸ ਰੇਟ ਆਏਗਾ ਬੱਚੇ ਦਾ ਵੀਜ਼ਾ। ਜੀ ਬਿਲਕੁਲ, ਜਿਵੇਂ ਸਰ ਨੇ ਦੱਸਿਆ ਹੈ, ਉਮੀਦ ਹੈ ਵੀ ਤੁਸੀਂ ਇਸੇ ਪ੍ਰੋਸੀਜਰ ਨੂੰ ਕੰਟੀਨਿਊ ਕਰੋਗੇ, ਇਸ ਤਰੀਕੇ ਨਾਲ ਅਪਲਾਈ ਕਰੋਗੇ, ਸਾਡੇ ਤੋਂ ਕਰੋਗੇ ਜਾਂ ਕਿਸੇ ਹੋਰ ਤੋਂ ਕਰੋਗੇ। ਸਾਡਾ ਮਕਸਦ ਹੁੰਦਾ ਹੈ ਜੈਨੂਇਨ ਗਾਈਡੈਂਸ ਤੁਹਾਡੇ ਤੱਕ ਪਹੁੰਚਾਉਣਾ। ਸਟੂਡੈਂਟ ਹੁਣ ਸਰ ਨੇ ਫੰਡਿੰਗ ਦੀ ਵੀ ਗੱਲ ਕੀਤੀ ਸੀਗੀ ਵਿੱਚ ਕਿ ਆਪਾਂ ਕੁਝ ਇਨਕਮ ਵੀ ਦਿਖਾ ਦਿੰਨੇ ਆ, ਕੁਝ ਵੀ। ਬਹੁਤ ਸਾਰੇ ਸਟੂਡੈਂਟ ਇਹ ਵੀ ਕੁਐਸਚਨ ਕਰਦੇ ਨੇ ਕਿ ਮੈਮ ਕੈਨੇਡਾ ਦੇ ਵਿੱਚ ਸਿਰਫ GIC ਆਪਾਂ ਕਰਦੇ ਆ, ਵੀ ਫੰਡਿੰਗ ਦਾ ਕਿਵੇਂ ਰੋਲ ਹੁੰਦਾ ਹੈ। ਲੇਟੈਸਟ ਜਦੋਂ ਵੀ ਰੀਸੈਂਟ ਆਪਣਾ IRCC ਵੱਲੋਂ ਉਹਨਾਂ ਨੇ ਵੈਬਿਨਾਰ ਜਦੋਂ ਕੰਡਕਟ ਕਰਦੇ ਨੇ, ਉਹਦੇ 'ਚ ਇੱਕ ਮੇਨ ਪੁਆਇੰਟ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਇਸ ਟਾਈਮ ਇਸ ਪੈਂਡੇਮਿਕ ਦੇ ਜਿਹੜਾ ਰੀਜ਼ਨ ਬਣਿਆ ਸੀਗਾ ਵੀ ਹਰ ਇੱਕ ਕੰਟਰੀ ਇਕਨੋਮਿਕਲੀ ਬਹੁਤ ਜ਼ਿਆਦਾ ਲਾਸ ਦੇ ਵਿੱਚ ਸੀਗੀ, ਤੇ ਉਹਨਾਂ ਨੇ ਬਹੁਤ ਸਾਰੇ ਸਟੂਡੈਂਟ ਨੂੰ ਜਾਂ ਅੱਗੇ ਹੋਰ ਵੀ ਜਿਹੜੇ ਅਪਲਾਈ ਕਰਨੇ, ਉਹਨਾਂ ਨੇ IRCC ਵੱਲੋਂ ਵੈਬਿਨਾਰ ਜਦੋਂ ਕੰਡਕਟ ਹੁੰਦਾ ਉਹਦੇ ਥਰੂ ਇਹ ਚੀਜ਼ ਉਹਨਾਂ ਨੇ ਮੈਂਸ਼ਨ ਕੀਤੀ ਸੀ ਕਿ ਸਟੂਡੈਂਟ ਜਦੋਂ ਵੀ ਤੁਸੀਂ ਅਪਲਾਈ ਕਰੋਗੇ ਵੀ ਤੁਸੀਂ ਫਾਈਨੈਂਸ਼ਲੀ ਬਹੁਤ ਜ਼ਿਆਦਾ ਸਾਊਂਡ ਕਰਨੇ ਚਾਹੀਦੇ ਹੋ, ਕਿ ਵੀ ਜੇ ਤੁਸੀਂ ਸਟਰੋਂਗ ਹੋ ਉਹਦਾ ਇੰਪੈਕਟ ਡਾਇਰੈਕਟ ਤੁਹਾਡੀ ਪ੍ਰੋਫਾਈਲ ਤੇ ਪੈਂਦਾ ਹੈ, ਕਿ ਵੀ ਸਟੂਡੈਂਟ ਸਾਡੀ ਕੰਟਰੀ ਚ ਆ ਕੇ ਬਰਡਨ ਨਹੀਂ ਬਣੇਗਾ, ਉਹਦੇ ਕੋਲ ਫਾਈਨੈਂਸ਼ਲੀ ਬਹੁਤ ਜ਼ਿਆਦਾ ਮਤਲਬ ਸਟਰੋਂਗ ਹੈ ਤਾਂ ਉਹ ਆਪਣਾ ਖਰਚਾ ਸਾਰਾ ਕੁਝ ਉਹ ਦੇਖ ਸਕਦਾ ਹੈ। ਫੀਸ ਉਹਦੀ ਆ ਚੁੱਕੀ ਹੈ, GIC ਉਹਨਾਂ ਨੇ ਭਰ ਦਿੱਤੀ ਹੈ, ਤੇ ਜਿੰਨੇ ਵੀ ਸਟੂਡੈਂਟ ਇੰਟਰਸਟਿਡ ਹੈਗੇ ਆ ਉਹ ਫੰਡਿੰਗ ਨਾਲ ਆਪਣਾ ਦਿਖਾ ਸਕਦੇ ਨੇ। ਨਹੀਂ ਤੁਸੀਂ ਕਰ ਸਕਦੇ, ਕੋਈ ਗੱਲ ਨਹੀਂ ਹੈ, ਸਾਡੇ ਕੋਲ ਆਪਸ਼ਨਸ ਅਵੇਲੇਬਲ ਹੁੰਦੇ ਨੇ। ਤੁਸੀਂ ਆਪਣੀ ਪ੍ਰੋਫਾਈਲ ਸਾਡੇ ਨਾਲ ਸਾਂਝਾ ਕਰੋ, ਇੱਕ ਵਾਰੀ ਫ੍ਰੀ ਆਫ ਕਾਸਟ ਕਾਉਂਸਲਿੰਗ ਤੁਸੀਂ ਲੈ ਸਕਦੇ ਹੋ, ਨੀਅਰੈਸਟ ਬ੍ਰਾਂਚਸ ਤੇ ਵਿਜ਼ਿਟ ਕਰੋ ਜਾਂ ਫਿਰ ਕਾਲ ਰਾਹੀਂ ਵੀ ਪੁੱਛ ਸਕਦੇ ਹੋ। ਸਰ ਚਲਦੇ ਹੋਏ ਕੋਈ ਐਡ ਆਨ ਕਰਨਾ ਚਾਹੋਗੇ, ਕੋਈ ਚੀਜ਼, ਕੋਈ ਪੁਆਇੰਟ? ਦੇਖੋ ਜਿਵੇਂ ਆਪਾਂ ਗੱਲ ਕਰਨੇ ਵੀ 6 ਬੈਂਡ ਓਵਰਆਲ ਤੇ ਇੱਕ 'ਚ 5.5 ਅਸੈਪਟੇਬਲ ਹੈ, ਤੇ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ ਤੇ ਪ੍ਰੈਫਰੈਂਸ ਸਾਡੀ ਇਹੀ ਰਹਿੰਦੀ ਹੈ ਤੁਹਾਨੂੰ ਪੋਸਟ ਗ੍ਰੈਜੂਏਟ ਸਰਟੀਫਿਕੇਟ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਦੇ ਕੇ ਚੱਲੀਏ। ਇਸ ਟਾਈਮ ਤੇ ਮਈ ਇਨਟੇਕ 'ਚ ਵੀ ਕੁਝ ਲੋਕੇਸ਼ਨਸ ਤੇ ਅਵੇਲੇਬਲ ਹੈ, ਤੇ ਸੈਪਟੈਂਬਰ ਇਨਟੇਕ ਤੱਕ ਕਾਫੀ ਜਗ੍ਹਾ ਲੋਕੇਸ਼ਨਸ ਤੇ ਸਾਡੇ ਕੋਲ ਕਾਲਜਸ 'ਚ ਅਵੇਲੇਬਲ ਹੈ। ਅਗਰ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ 6 ਬੈਂਡ ਓਵਰਆਲ ਨੇ, ਇੱਕ 'ਚ 5.5 ਹੈ, ਇਸ ਨੂੰ PG ਸਰਟੀਫਿਕੇਟ ਜਾਂ PG ਡਿਪਲੋਮਾ ਕੋਰਸ ਦੇ ਕੇ ਦੇਵਾਂਗੇ। ਕਈ ਵਾਰੀ ਬੱਚਿਆਂ ਦੇ ਦਿਮਾਗ 'ਚ ਇਹ ਵੀ ਆਉਂਦਾ ਵੀ PG ਸਰਟੀਫਿਕੇਟ 1 ਸਾਲ ਦਾ ਕੋਰਸ ਹੈ ਜੀ, ਉਸ ਤੋਂ ਬਾਅਦ 2 ਸਾਲ ਦਾ ਲਾਈਕ ਜਿਹੜਾ ਵਰਕ ਪਰਮਿਟ ਹੈਗਾ ਉਹਦੇ ਵਿੱਚ ਮੈਨੂੰ ਦਿੱਕਤ ਆਏਗੀ ਵੀ ਅੱਗੇ ਜਾ ਕੇ ਮੈਂ ਲੰਬਾ ਕੋਰਸ ਲੈਣਾ ਚਾਹੁੰਦਾ ਤਾਂ ਕਿ ਜ਼ਿਆਦਾ ਮੈਨੂੰ ਵਰਕ ਪਰਮਿਟ ਮਿਲ ਜੇ ਤੇ PR ਦੇ ਵਿੱਚ ਈਜ਼ੀ ਰਹੇ। ਬਟ ਮੈਂ ਇਹ ਕਹੂੰਗਾ ਵੀ PR ਵੀ ਤਦ ਮਿਲੇਗੀ ਤੇ ਵਰਕ ਪਰਮਿਟ ਵੀ ਤਦ ਮਿਲੇਗਾ ਜਦ ਤੁਸੀਂ ਉੱਥੇ ਜਾਓਗੇ। ਜਦ ਇੱਥੇ ਹੀ ਤੁਸੀਂ ਸ਼ਾਰਟਕਟ ਮਾਰਦੇ ਆ ਵੀ PG ਸਰਟੀਫਿਕੇਟ ਤੁਹਾਨੂੰ 1 ਸਾਲ ਦਾ ਮਿਲ ਰਿਹਾ, ਤੁਸੀਂ ਕਹਿੰਦੇ ਨਹੀਂ ਜੀ ਮੈਂ ਤਾਂ ਡਿਪਲੋਮਾ ਘੱਟੋ ਘੱਟ 2 ਸਾਲ ਦਾ ਲੈਣਾ ਹੈ, ਤੇ 2 ਸਾਲ ਵਾਸਤੇ ਤੁਹਾਡੀ ਐਲੀਜੀਬਿਲਿਟੀ ਨਹੀਂ ਬਣ ਰਹੀ ਹੈਗੀ। ਫਿਰ 2 ਸਾਲ ਦੇ ਚੱਕਰ ਤੁਸੀਂ ਕੰਸਲਟੈਂਟ ਤੁਹਾਨੂੰ ਅੰਡਰ ਗ੍ਰੈਜੂਏਟ ਡਿਪਲੋਮਾ ਦੇ ਦਿੰਦਾ 2 ਸਾਲ ਦਾ, ਉਹਦਾ ਨਾਲ ਵੈਸੇ ਵੀਜ਼ਾ ਰਿਜੈਕਟ ਹੋ ਜਾਂਦਾ। ਇਸ ਕਰਕੇ ਵੀ ਇਹ ਚੀਜ਼ ਦੇਖ ਕੇ ਚਲੋ ਵੀ ਵੀਜ਼ਾ ਸਕਸੈਸ ਰੇਟ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਆਏ। 1 ਸਾਲ ਦਾ ਤੁਸੀਂ ਕੋਰਸ ਅਗਰ ਕਰਨ ਜਾਂਦੇ ਹੋ ਤੇ ਉੱਥੇ ਜਾ ਕੇ ਤੁਸੀਂ 1 ਸਾਲ ਦਾ ਐਕਸਟੈਂਡ ਵੀ ਕਰ ਸਕਦੇ ਹੋ ਕੋਰਸ, ਜੋ ਕਿ ਤੁਹਾਨੂੰ ਓਵਰਆਲ ਸਸਤਾ ਪਏਗਾ, ਕਿਉਂਕਿ ਲੋਕਲ ਉੱਥੇ ਜਾ ਕੇ ਫੀਸ ਬਹੁਤ ਸਸਤੀ ਮਿਲ ਜਾਂਦੀ ਹੈ ਤੁਹਾਨੂੰ। 1 ਸਾਲ ਦਾ ਵੀਜ਼ਾ ਲੈ ਕੇ ਚਲੇ ਜਾਓ, 1 ਸਾਲ ਦਾ ਉੱਥੇ ਜਾ ਕੇ ਐਕਸਟੈਂਡ ਕਰਾ ਦਿਓ, ਉਸ ਤੋਂ ਬਾਅਦ ਤੁਹਾਨੂੰ ਵੀ ਲੰਬਾ ਵਰਕ ਪਰਮਿਟ ਮਿਲ ਜਾਂਦਾ ਹੈ, ਤੇ ਜਿਹੜਾ ਤੁਹਾਡਾ ਪਰਪਸ ਹੈ ਉਹ ਵੀ ਸੋਲਵ ਹੋ ਗਿਆ, ਤੁਸੀਂ ਪਹੁੰਚ ਵੀ ਗਏ ਤੇ ਕੋਈ ਦਿੱਕਤ ਵੀ ਨਹੀਂ ਆਈ। ਤੇ 1 ਸਾਲ ਦੇ ਕੋਰਸ ਦੇ ਵਿੱਚ ਖਾਸੀਅਤ ਇਹ ਵੀ ਰਹਿੰਦੀ ਹੈ ਥੋੜੀ ਜੀ ਵੀ ਬੱਚੇ ਨੂੰ ਕੁਝ ਜ਼ਿਆਦਾ ਦਿਖਾਉਣ ਦੀ ਲੋੜ ਨਹੀਂ। 1 ਸਾਲ ਦੀ ਫੀਸ ਬੱਚੇ ਦੀ ਜਾ ਚੁੱਕੀ ਹੈ, GIC ਬੱਚਾ ਪੇ ਕਰ ਚੁੱਕਿਆ, ਉਸ ਤੋਂ ਬਾਅਦ ਅਗਰ ਉਹਦੇ ਕੋਲ ਫੰਡ ਨਹੀਂ ਵੀ ਹੈਗੇ ਐਕਸਟਰਾ ਤੇ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ, ਕਿਉਂਕਿ ਉਹਦਾ ਸਾਰਾ ਕੁਝ ਕਵਰਡ ਹੈ ਟੈਕਨੀਕਲੀ।
ਇਸ ਕਰਕੇ ਉਹਦੇ ਸਕਸੈਸ ਰੇਟ ਹਮੇਸ਼ਾ ਜ਼ਿਆਦਾ ਆਉਂਦਾ ਹੈ ਵੀ ਅਗਰ 1 ਸਾਲ ਦਾ ਕੋਰਸ ਬੱਚਾ ਅਪਲਾਈ ਕਰਦਾ ਹੈ ਤੇ ਅਗਰ ਕਿਸੇ ਵੀ ਕਾਰਨ ਤੁਹਾਡਾ ਕਿਤੇ ਵੀ ਐਡਮਿਸ਼ਨ ਨਹੀਂ ਹੋ ਪਾ ਰਹੀ ਤੇ ਕੈਨੇਡਾ ਵਿੱਚ ਮੌਂਟਰੀਅਲ ਜਿਹੜੀ ਜਗ੍ਹਾ ਹੈਗੀ ਹੈ ਵੀ ਕਿਊਬਿਕ ਸਟੇਟ ਦੇ ਵਿੱਚ ਵੀ ਤੁਸੀਂ ਉੱਥੇ ਕਾਫੀ ਕਾਲਜਿਸ ਨੇ ਜਿਹੜੇ AEC ਪ੍ਰੋਗਰਾਮ ਜਿਹੜੇ ਰਨ ਕਰਦੇ ਨੇ ਜੋ ਕਿ ਇੱਕ ਤਰ੍ਹਾਂ ਦੇ ਵੀ ਪੋਸਟ ਗ੍ਰੈਜੂਏਸ਼ਨ ਲੈਵਲ ਦੇ ਹੀ ਕੋਰਸਿਸ ਮੰਨੇ ਜਾਂਦੇ ਨੇ ਉੱਥੇ ਤੇ ਉਹ ਵੀ ਬੱਚਾ ਅਪਲਾਈ ਕਰ ਸਕਦਾ। ਉਹ ਜਿਵੇਂ ਆਰਟਸ ਵਾਲਾ ਬੱਚਾ ਹੌਸਪਿਟੈਲਿਟੀ ਦਾ ਕੋਰਸ ਕਰ ਸਕਦਾ, ਡਿਜੀਟਲ ਮੀਡੀਆ ਸੋਸ਼ਲ ਮੀਡੀਆ ਮੈਨੇਜਮੈਂਟ ਦੇ ਕੋਰਸ ਕਰ ਸਕਦਾ ਹੈ, ਕਾਮਰਸ ਵਾਲਾ ਬੱਚਾ ਅਕਾਊਂਟਿੰਗ ਫਾਈਨੈਂਸ਼ੀਅਲ ਮੈਨੇਜਮੈਂਟ ਜਾਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰ ਸਕਦਾ ਹੈ। ਫਿਰ ਨਾਨ ਮੈਡੀਕਲ ਵਾਲੇ ਬੱਚੇ ਜਿਵੇਂ ਹੈਲਥ ਸਾਇੰਸਿਸ ਦੇ ਕੋਰਸ ਮਿਲ ਜਾਂਦੇ ਨੇ ਸਾਨੂੰ ਉੱਥੇ, ਫਿਰ IT ਰਿਲੇਟਡ ਇੰਜੀਨੀਅਰਿੰਗ ਰਿਲੇਟਡ ਕੋਰਸਿਸ ਮਿਲ ਜਾਂਦੇ ਨੇ, ਵੀ ਡੇਟਾਬੇਸ ਮੈਨੇਜਮੈਟ ਮਿਲ ਜਾਂਦੀ ਹੈ, ਵੀ ਕੋਰਸ ਰੈਲੇਵੈਂਸੀ ਬਹੁਤ ਜ਼ਿਆਦਾ ਮਿਲ ਜਾਂਦੀ ਹੈ। ਤੇ ਖਾਸ ਕਰ ਜਿਹੜੇ ਬੱਚੇ ਹੁਣ ਮਈ ਦੇ ਵਿੱਚ ਹੀ ਅਪਲਾਈ ਕਰਨਾ ਚਾਹੁੰਦੇ ਨੇ, ਮੈਂ ਕਹੂੰਗਾ ਵੀ ਹੋਰ ਤੁਹਾਨੂੰ ਕਿਤੇ ਮਿਲੇ ਜਾਂ ਨਾ ਮਿਲੇ ਤੁਹਾਨੂੰ ਮੌਂਟਰੀਅਲ ਦਾ ਜ਼ਰੂਰ ਕੋਰਸ ਮਿਲ ਹੀ ਜਾਏਗਾ ਤੇ ਆਫਰ ਲੈਟਰ ਮਿਲ ਹੀ ਜਾਏਗੀ। ਤੇ ਤੁਸੀਂ ਅਗਰ ਮਈ ਟੇਕ ਨੂੰ ਟਾਰਗੇਟ ਕਰ ਰਹੇ ਹੋ ਤਾਂ ਤੁਸੀਂ ਮੌਂਟਰੀਅਲ ਦੇ ਵਿੱਚ ਇੱਕ ਆਪਸ਼ਨ ਰੱਖ ਸਕਦੇ ਹੋ। ਤੇ ਬਾਕੀ ਜਿਵੇਂ ਟੋਰਾਂਟੋ ਤੇ ਵੈਨਕੂਵਰ ਕੁਝ ਕਾਲਜਿਸ ਉੱਥੇ ਓਪਨ ਹੈਗੇ ਨੇ, ਫਿਲਹਾਲ ਐਡਮਿਸ਼ਨਸ ਦੇ ਰਹੇ ਨੇ ਮਈ ਟੇਕ ਨੂੰ। ਤੇ ਅਗਰ ਤੁਸੀਂ ਮਈ ਟੇਕ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਕੁਝ ਆਪਸ਼ਨ ਜਿੱਥੇ ਵੀ ਅਵੇਲੇਬਲ ਹੈਗੀਆਂ ਤੇ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਤੇ ਜਿਵੇਂ ਸਰ ਨੇ ਆਲਰੇਡੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿੱਤੀ ਹੈ, ਮੇਰੇ ਵੱਲੋਂ ਜਿੰਨਾ ਪੋਸੀਬਲ ਹੀ ਹੋਇਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸਟੂਡੈਂਟ ਹਮੇਸ਼ਾ ਵੀਜ਼ਾ ਪੁਆਇੰਟ ਆਫ ਵਿਊ ਨਾਲ ਫਾਈਲ ਅਪਲਾਈ ਕਰਵਾਇਆ ਕਰੋ ਕਿ ਫਾਇਦਾ ਉਹੀ ਤਾਂ ਹੀ ਹੁੰਦਾ ਹੈ ਜੇ ਵੀਜ਼ਾ ਆਏਗਾ, ਫਾਈਲ ਲਗਾਉਣ ਦਾ ਜਾਂ ਪੈਸੇ ਭਰਨ ਦਾ ਫਾਇਦਾ ਤਾਂ ਹੀ ਹੈ ਜੇ ਵੀਜ਼ਾ ਆਏਗਾ। ਵੀਜ਼ਾ ਕਿਸ ਤਰੀਕੇ ਨਾਲ ਆਏਗਾ? ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੋਏਗੀ, ਉਸ ਕ੍ਰਾਈਟੇਰੀਆ ਦੇ ਵਿੱਚ ਫਾਲ ਕਰਦੀ ਹੋਏਗੀ। ਤੇ ਸਟੂਡੈਂਟ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਨਵੇਂ ਲਾਈਵ ਸੈਸ਼ਨ ਦੇ ਵਿੱਚ ਨਵੇਂ ਟੌਪਿਕ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।